बसपा नेता जी कुलदीप सिंह सरदूलगढ़ इधर तां पूरी तरह लग्या होया है। उन्होंने अपनी श्रोमणी अकाली दल के अंडर रह के भी बठिंडा सीट के उत्ते पूरी तरह फोकस रखा है। 2024 तैयारी कर रहे नेता। कौन? कुलदीप सिंह सरदूलगढ़। ਤੁਹਾਨੂੰ ਸਮਾਜ ਨੇ ਆਉਣ ਵਾਲੇ ਇਲੈਕਸ਼ਨ 'ਚ ਪਿੰਡਾਂ 'ਚ ਨਹੀਂ ਵੜਨ ਦੇਣਾ। ਤੇ ਜਦੋਂ ਤੁਹਾਡਾ ਸੀਐਮ 5-500 ਰੁਪਏ ਦਿਹਾੜੀ ਕਹਿ ਰਿਹਾ ਵੀ ਹੋਣੀ ਚਾਹੀਦੀ ਆ, ਤੇ ਫਿਰ ਹੁਣ ਹਰ ਤੁਹਾਡੇ ਸੀਐਮ ਦਾ ਹਰਾ ਪਿੰਨ ਕਿਉਂ ਨਹੀਂ ਚੱਲਦਾ? ਹਰੇ ਪਿੰਨ ਦੀ ਹੁਣ ਸ਼ਾਹੀ ਸੁੱਕੀ ਆ ਜਾਂ ਨਿੱਬ ਟੁੱਟੀ ਹੋਈ ਆ? ਤੁਹਾਨੂੰ ਲੱਗਦਾ ਵੀ ਅੱਜ ਬਸਪਾ ਦੇ ਆਗੂ ਸਾਹਿਬਾਨ ਕਾਂਛੀ ਰਾਮ ਜੀ ਦੇ ਦੱਸੇ ਹੋਏ ਰਾਹਾਂ ਤੇ ਚੱਲ ਰਹੇ ਨੇ? 100% ਚੱਲ ਰਹੇ ਆ। ਮੈਂ ਸੂਬੇ ਦੇ ਮੁੱਖ ਮੰਤਰੀ ਨੂੰ ਦੱਸਣਾ ਚਾਹਣਾ ਕਿ ਇੱਟ ਨਾਲ ਇੱਟ ਖੜਕਾ ਦਾਂਗੇ। ਤੁਸੀਂ ਆਪਣਾ ਸਰਕਾਰ ਰਾਜ ਭਾਗ ਤੁਹਾਨੂੰ ਦਿੱਤਾ, ਤੁਹਾਨੂੰ ਮੁਬਾਰਕਾਂ, ਰਾਜ ਭਾਗ ਚਲਾਓ, ਪਰ ਸੰਵਿਧਾਨ ਨਾਲ ਛੇੜਛਾੜ ਤੁਹਾਨੂੰ ਬਹੁਤ ਜ਼ਿਆਦਾ ਮਹਿੰਗੀ ਪੈਣੀ ਹੈ ਜੇ ਤੁਸੀਂ ਕਰੋਗੇ। ਦੇਖੋ, ਸਾਨੂੰ ਤਾਂ ਪਹਿਲੇ ਦਿਨ ਹੀ ਪਤਾ ਸੀ ਜੀ ਕਿ ਆਮ ਆਦਮੀ ਪਾਰਟੀ SC BC ਭਾਈਚਾਰੇ ਦਾ ਭਲਾ ਨਹੀਂ ਕਰ ਸਕਦੀ। ਆ ਜਿਹੜੇ ਸਾਡੇ ਵਾਲੇ ਭੋਲੂ 39 ਜਿੱਤੇ ਨੇ ਪੰਜਾਬ ਚੋਂ, 34 ਸੀਟਾਂ ਰਿਜ਼ਰਵ ਨੇ ਤੇ 5 ਜਰਨਲ ਸੀਟਾਂ ਤੋਂ ਜਿੱਤੇ ਨੇ। ਇੱਕ ਨਛੱਤਰਪਾਲ ਜੀ ਨੂੰ ਛੱਡ ਕੇ ਬਾਕੀ 38 ਭੋਲੂ ਬਣੇ ਹੋਏ ਨੇ। ਸਾਡੇ ਹਿੱਤਾਂ ਤੇ ਡਾਕਾ ਵੱਜਦਾ, ਉਹਦੇ ਤੁਹਾਡੇ ਮੂੰਹਾਂ ਤੇ ਕਿਉਂ ਛਿੱਕੂ ਚੜ ਜਾਂਦਾ? ਸੀਐਮ ਨੂੰ ਟਵੀਟ ਕਰਨਾ ਪਿਆ ਕਿ ਮਜ਼ਦੂਰ ਝੋਨਾ ਲਗਾਉਣ ਤੇ ਲੱਗੇ ਹੋਏ ਨੇ। ਚੋਣ ਕਮਿਸ਼ਨ ਸਾਹਿਬ, VOTING ਦਾ ਥੋੜਾ ਜਿਹਾ ਸਮਾਂ ਵਧਾ ਦਿਓ। ਲੇੜਲੀਆਂ ਕੱਢਣੀਆਂ ਪਈਆਂ। ਮਜ਼ਦੂਰ ਯੂਨੀਅਨਾਂ ਪਹਿਲਾਂ ਵੀ ਇਹਨਾਂ ਨੇ ਕਹਿਣਾ ਇਹ ਹੈ ਵੀ ਅਸੀਂ ਕੁਝ ਜਥੇਬੰਦੀਆਂ ਇਕੱਠੀਆਂ ਹੋ ਗਈਆਂ, ਪਰ ਬਸਪਾ ਉਹਨਾਂ ਯੂਨੀਅਨ ਦੇ ਵਿੱਚ ਫਿੱਟ ਨਹੀਂ ਬੈਠ ਰਹੀ ਹੈ। ਕੀ ਬਸਪਾ ਮਜ਼ਦੂਰਾਂ ਦੀ ਅਗਵਾਈ ਕਰਨ ਦੇ ਯੋਗ ਹੈ? ਉਹਨਾਂ ਨੇ ਸਿੱਧਾ ਤੇ ਸਪਸ਼ਟ ਜਵਾਬ ਕਿਹਾ ਕਿ ਨਹੀਂ, ਬਸਪਾ ਆਪਣਾ ਮੌਕਾ ਗਵਾ ਚੁੱਕੀ ਹੈ। ਕਿਉਂ ਗਵਾ ਚੁੱਕੀ ਹੈ? ਤੁਹਾਡੇ ਸਾਰੀਆਂ ਜਥੇਬੰਦੀਆਂ, ਤੁਸੀਂ ਬਸਪਾ ਗੱਲ ਕਰ ਰਹੇ ਹੋ ਮਜ਼ਦੂਰਾਂ ਦੀ, ਮਜ਼ਦੂਰ ਆਪਸ ਵਿੱਚ ਜਾਣਬੁੱਝ ਕੇ ਪਾੜੇ ਜਾ ਰਹੇ ਨੇ ਵੀ ਕਿਤੇ ਇਹ ਇਕੱਠੇ ਨਾ ਹੋ ਜਾਣ। ਕਿਤੇ ਇਹ ਤਾਂ ਨਹੀਂ ਹੈਗਾ ਕਿਰਤੀ ਵਿਭਾਗ ਦੇ ਡਾਇਰੈਕਟਰ ਨਾਲ ਤੁਹਾਡੀ ਮੀਟਿੰਗ ਹੋਈ ਸੀ, ਤੁਹਾਨੂੰ ਉਦੋਂ ਇਹ ਗੱਲ ਕਹੀ ਗਈ ਸੀ ਵੀ ਜਿਹੜੇ ਮਜ਼ਦੂਰਾਂ ਦੇ ਆਗੂ ਨੇ, ਦੂਸਰੇ ਪਾਸੇ ਕਿਸਾਨ ਆਗੂ ਨੇ, ਉਹ ਮੀਟਿੰਗ ਕਰਕੇ ਉਹ ਝੋਨੇ ਲਵਾਈ ਤੈਅ ਕਰਨਗੇ। ਉਹ ਵਿੱਚੇ ਗੱਲ ਲਟਕੀ, ਜਾਂ ਜਿਹੜੀ ਤੁਸੀਂ ਦਿਹਾੜੀ ਦੀ ਗੱਲ ਕਰਕੇ ਆਏ ਸੀ ਉਹ ਗੱਲ ਵਿੱਚੇ ਲਟਕੀ ਹੋਈ ਹੈ। ਨਰਮੇ ਦਾ ਮੁਆਵਜ਼ਾ ਕਿਸਾਨ ਭਰਾਵਾਂ ਨੂੰ 17 ਹਜ਼ਾਰ ਰੁਪਇਆ ਮਿਲ ਗਿਆ। ਮਿਲਣਾ ਚਾਹੀਦਾ ਸੀ, ਬੜੇ ਖਰਚੇ ਆਉਂਦੇ ਨੇ। ਪਰ ਜਿਹੜਾ ਘਰ ਮੰਗਰ 1700 ਰੁਪਇਆ ਸ਼ਡਿਊਲ ਕਾਸਟ ਵਾਸਤੇ ਆਇਆ ਸੀ, ਉਹ ਅੱਜ ਤੱਕ ਨਹੀਂ ਵੰਡਿਆ ਗਿਆ। ਤੇ ਫਿਰ ਕਿਸਾਨ ਯੂਨੀਅਨਾਂ ਬੋਲਦੀਆਂ ਕਿਉਂ ਨਹੀਂ? ਜਿੱਥੇ ਬੰਦਾ ਜੰਮਦਾ ਸੀਰੀ ਹੈ, ਟਕਿਆਂ ਦੀ ਮੀਰੀ ਪੀਰੀ ਹੈ, ਜਿੱਥੇ ਕਰਜ਼ੇ ਹੇਠ ਪੰਜੀਰੀ ਹੈ, ਬਾਪੂ ਦੇ ਸੂਦ ਦਾ ਵਿਆਜ ਨੇ ਪੁੱਤ ਜੰਮਦੇ ਜਿਹੜੇ, ਤੂੰ ਮੰਗਦਾ ਰਹੀਂ ਬੇਸੂਰਜਾ ਕਮੀਆਂ ਦੇ ਵੇੜੇ। ਸਤਿ ਸ਼੍ਰੀ ਅਕਾਲ, ਮੈਂ ਸੁੱਖੀ ਮੰਘਾਣੀਆਂ, ਤੁਸੀਂ ਜੁੜੇ ਹੋਏ ਹੋ ਸਰਲੇਖ ਦੇ ਨਾਲ। ਸਰਕਾਰ ਕੋਈ ਵੀ ਹੋਵੇ, ਪਰ ਹਮੇਸ਼ਾ ਲਤਾੜੇ ਤੇ ਗਰੀਬ ਮਜ਼ਦੂਰ ਲੋਕਾਂ ਦੀ ਗੱਲ ਇੱਥੇ ਕੋਈ ਨਹੀਂ ਸੁਣਦਾ। 2022 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਆਮ ਆਦਮੀ ਪਾਰਟੀ ਤੋਂ ਬਹੁਤ ਵੱਡੀਆਂ ਉਮੀਦਾਂ ਲਾਈਆਂ ਗਈਆਂ। ਲੋਕਾਂ ਨੂੰ ਲੱਗਦਾ ਸੀ ਕਿ ਹੁਣ ਹਰ ਵਰਗ ਦੇ ਲੋਕਾਂ ਦੀ ਮੁਕਤੀ ਹੋਵੇਗੀ, ਹਰ ਵਰਗ ਦੇ ਲੋਕ ਸੁਖੀ ਵਸਣਗੇ। ਪਰ ਅਫਸੋਸ, ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾ ਕਮੀਆਂ ਦੇ ਵਿਹੜੇ ਦੀ ਗੱਲ ਕਰਦੇ ਕਰਦੇ ਅੱਜ ਮਜ਼ਦੂਰ ਲੋਕਾਂ ਦੇ ਹਾਲਾਤ ਜਾਣਨਾ ਭੁੱਲ ਗਏ ਲੱਗਦੇ ਨੇ। ਪਿਛਲੇ ਦਿਨਾਂ ਦੇ ਵਿੱਚ ਮਾਨਸਾ ਦੀ ਧਰਤੀ ਹਮੇਸ਼ਾ ਸੰਘਰਸ਼ਾਂ ਦੇ ਵਿੱਚ ਮੋਹਰੀ ਰੋਲ ਅਦਾ ਕਰਦੀ ਹੈ। ਰਾਜਨੀਤਿਕ ਪਾਰਟੀਆਂ ਦੇ ਆਗੂ, ਬਹੁਤ ਸਾਰੀਆਂ ਜਥੇਬੰਦੀਆਂ ਦੇ ਆਗੂ, ਬਹੁਤ ਸਾਰੀਆਂ ਯੂਨੀਅਨਾਂ ਮਜ਼ਦੂਰਾਂ ਦੇ ਹੱਕਾਂ ਦੀ ਸੰਘਰਸ਼ ਲੜ ਰਹੀਆਂ ਨੇ। ਬਸਪਾ ਦੇ ਆਗੂ ਕੁਲਦੀਪ ਸਿੰਘ ਸਰਦੂਲਗੜ੍ਹ ਮਾਨਸਾ ਦੇ ਵਿੱਚੋਂ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਹੁੰਦੇ ਹੋਏ ਸੰਗਰੂਰ ਦੇ ਵਿੱਚ ਵੀ ਉਹਨਾਂ ਨੇ ਧਰਨਾ ਮੁਜ਼ਾਹਰਾ ਕੀਤਾ, ਮਜ਼ਦੂਰਾਂ ਦੇ ਹੱਕਾਂ ਲਈ ਉੱਭਰ ਕੇ ਆਏ ਨੇ। ਅੱਜ ਮੇਰੇ ਨਾਲ ਹਾਜ਼ਰ ਨੇ ਬਾਈ ਸਵਾਗਤ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਆਪ ਜੀ ਦੇ ਚੈਨਲ ਦਾ ਬਹੁਤ-ਬਹੁਤ ਧੰਨਵਾਦ।
ਸੁਣ ਰਹੇ ਵੇਖ ਰਹੇ ਦਰਸ਼ਕਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ। ਬਹੁਤ ਲੰਮਾ ਅਰਸਾ ਹੋ ਗਿਆ ਬਸਪਾ ਦੀ ਅਗਵਾਈ ਦੇ ਵਿੱਚ ਬਾਈਕਾਟ ਵਰਗੀਆਂ ਵੀ ਪਿੰਡਾਂ ਸਮੱਸਿਆ ਦੇਖਣ ਨੂੰ ਮਿਲੀਆਂ। ਮੈਨੂੰ ਇਹ ਲੱਗਦਾ ਹੈ ਵੀ ਹੁਣ ਤੱਕ ਨਿਕਲਿਆ ਕੁਛ ਨਹੀਂ ਸੰਘਰਸ਼ ਦੇ ਵਿੱਚੋਂ। ਤੁਹਾਨੂੰ ਲੱਗਦਾ ਹੈ ਵੀ ਕੁਛ ਤੁਸੀਂ ਕੱਢ ਕੇ ਲਿਆਂਦੇ ਸੰਘਰਸ਼ ਦੇ ਵਿੱਚੋਂ? ਨਹੀਂ, ਇਹ ਗੱਲ ਨਹੀਂ ਹੁੰਦੀ। ਜਦੋਂ ਵੀ ਸਰਕਾਰਾਂ ਜ਼ੁਲਮ ਕਰਦੀਆਂ ਜਾਂ ਕੀਤੇ ਹੋਏ ਵਾਅਦੇ ਭੁੱਲਦੀਆਂ, ਉਹਨਾਂ ਦੇ ਖਿਲਾਫ ਸੰਘਰਸ਼ ਲੜਨਾ ਪੈਂਦਾ। ਤੁਸੀਂ ਇਹ ਗੱਲ ਕਹਿ ਰਹੇ ਹੋ, ਸ਼ਾਇਦ ਤੁਹਾਡੀ ਨਜ਼ਰ ਤੋਂ ਠੀਕ ਹੋ ਸਕਦੀ ਹੈ, ਪਰ ਮੇਰੇ ਇਹ ਗੱਲ ਫਿੱਟ ਨਹੀਂ ਬੈਠਦੀ, ਕਿਉਂਕਿ ਸਾਡੇ ਸੰਘਰਸ਼ ਦੀ ਬਦੌਲਤ ਹੋਰ ਵੀ ਸਾਥੀ ਲੱਗੇ। ਬਹੁਜਨ ਸਮਾਜ ਪਾਰਟੀ ਨੇ ਵੀ ਵੱਡੇ ਪੱਧਰ ਤੇ ਸੰਘਰਸ਼ ਚੱਕਿਆ। ਲਾ ਅਫਸਰਾਂ 178 ਅਫਸਰਾਂ ਨੂੰ ਨਿਯੁਕਤ ਕਰਨਾ ਸੀ ਤੇ ਜਿਹਦੇ ਵਿੱਚੋਂ ਸਰਕਾਰ ਸ਼ਡਿਊਲ ਕਾਸਟ ਸਮਾਜ ਨੂੰ ਭੁੱਲ ਚੁੱਕੀ ਸੀ, ਪਰ ਸੰਘਰਸ਼ ਦੇ ਅੱਗੇ ਗੋਡਾ ਟੇਕਦੇ ਹੋਏ, ਧੌਣ ਤੇ ਗੋਡਾ ਰੱਖ ਕੇ 58 ਸ਼ਡਿਊਲ ਕਾਸਟ ਭਾਈਚਾਰੇ ਦੇ ਲਾ ਅਫਸਰਾਂ ਦੀ ਨਿਯੁਕਤੀ ਸਾਡੇ ਸੰਘਰਸ਼ਾਂ ਦੀ ਬਦੌਲਤ ਹੀ ਹੈ। ਜੀ, ਇਹ ਗੱਲ ਹਰੇਕ ਯੂਨੀਅਨ ਕਹਿ ਰਹੀ ਹੈ ਵੀ ਜਿਹੜਾ ਅਸੀਂ ਲਾ ਅਫਸਰਾਂ ਨੇ ਕੀਤਾ ਜੀ, ਅਸੀਂ ਨੇ ਕੀਤਾ। ਹਰੇਕ ਯੂਨੀਅਨ ਆਪਣਾ ਕ੍ਰੈਡਿਟ ਲੈਣ ਨੂੰ ਫਿਰਦੀ ਹੈ। ਬਸਪਾ ਇਹ ਗੱਲ ਕਿਵੇਂ ਕਹਿ ਰਹੀ ਹੈ? ਅਸੀਂ ਕ੍ਰੈਡਿਟ ਨਹੀਂ ਲੈਂਦੇ, ਅਸੀਂ ਤਾਂ ਕਹਿੰਦੇ ਆ ਸਮਾਜ ਦਾ ਭਲਾ ਹੋਣਾ ਚਾਹੀਦਾ ਜੀ। ਕਿਵੇਂ ਵੀ ਹੋਣਾ ਚਾਹੀਦਾ, ਸਾਨੂੰ ਕ੍ਰੈਡਿਟਾਂ ਦੀ ਕੀ ਲੋੜ ਆ? ਸਾਨੂੰ ਤਾਂ ਸਿਰਫ ਸਮਾਜ ਦਾ ਕਿਵੇਂ ਭਲਾ ਹੋ ਸਕਦਾ। ਜੋ ਵੀ ਸ਼ਖਸ ਉਸ ਸਮੇਂ ਵਿਰੋਧ ਦੇ ਵਿੱਚ ਬੋਲਿਆ ਸੀ, ਸਾਰਿਆਂ ਦਾ ਸੰਯੋਗ ਆ, ਸਾਰਿਆਂ ਦਾ ਧੰਨਵਾਦ ਆ। ਕ੍ਰੈਡਿਟ ਕਿਸੇ ਨੂੰ ਮਿਲੇ, ਪਰ ਸਾਡਾ ਮਕਸਦ ਇਹ ਆ ਵੀ ਜਿਹੜਾ ਸੰਵਿਧਾਨ, ਜਿਹੜਾ ਬਾਬਾ ਸਾਹਿਬ ਨੇ ਲਿਖਿਆ, ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਾਬਾ ਸਾਹਿਬ ਦੀ ਫੋਟੋ ਲਾ ਕੇ ਉਹਨਾਂ ਦੇ ਸੰਵਿਧਾਨ ਨਾਲ ਖਲਵਾੜ ਕਰਨ ਦਾ ਯਤਨ ਕਰਦੀ ਹੈ, ਸਾਡਾ ਕੰਮ ਉਹਦਾ ਵਿਰੋਧ ਕਰਨਾ। ਵਿਰੋਧ ਕਰਕੇ ਭੜਕੀ ਹੋਈ ਸਰਕਾਰ ਨੂੰ ਦੁਬਾਰੇ ਲਾਈਨ ਤੇ ਲਿਆ ਕੇ ਸ਼ਡਿਊਲ ਕਾਸਟ SC BC ਸਮਾਜ ਦਾ ਭਲਾ ਕਰਨਾ ਸਾਡਾ ਮੁੱਖ ਏਜੰਡਾ। ਪਿਛਲੇ ਕਈ ਮਹੀਨੇ ਹੋ ਗਏ ਨੇ ਆਮ ਆਦਮੀ ਪਾਰਟੀ ਸਰਕਾਰ ਆਈ ਨੂੰ। ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਚੋਣਾਂ ਤੋਂ ਪਹਿਲਾਂ ਤਾਂ ਹਰ ਵਰਗ ਦੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਸੀ। ਉਦੋਂ ਤਾਂ ਉਹਨਾਂ ਨੂੰ ਗੱਡੀ 'ਚ ਬੈਠਿਆਂ ਨੂੰ ਬਜ਼ੁਰਗ ਮਾਂ ਦੀਆਂ ਅੱਖਾਂ ਦੇ ਹੰਝੂ, ਉਹਨੂੰ ਲੱਗਦਾ ਸੀ ਵੀ ਇਹ ਹੰਝੂ ਮੈਂ ਕਦੇ ਆਉਣ ਨਹੀਂ ਦੇਵਾਂਗਾ। ਪਰ ਅੱਜ ਪਿਛਲੇ ਕਈ ਮਹੀਨਿਆਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਇੱਕ ਤਾਂ ਜਿਹੜਾ ਲਾ ਅਫਸਰਾਂ ਦੇ 'ਤੇ ਬਿਆਨ, ਦੂਸਰਾ ਇੱਕ ਵਾਰੀ ਚੱਲਦੇ ਰੈਲੀ ਦੇ ਵਿੱਚ ਕਿਤੇ ਕਿਹਾ ਸੀ ਕਹਿੰਦੇ 500 ਰੁਪਏ ਦਿਹਾੜੀ ਹੋਣੀ ਚਾਹੀਦੀ ਹੈ। ਹੋਰ ਕਦੇ ਗੱਲ ਹੀ ਸਾਹਮਣੇ ਨਹੀਂ ਆਈ। ਤੁਹਾਨੂੰ ਲੱਗਦਾ ਵੀ ਆਮ ਆਦਮੀ ਪਾਰਟੀ ਇਗਨੋਰ ਮਾਰ ਰਹੀ ਹੈ? ਦੇਖੋ, ਸਾਨੂੰ ਤਾਂ ਪਹਿਲੇ ਦਿਨ ਹੀ ਪਤਾ ਸੀ ਜੀ ਕਿ ਆਮ ਆਦਮੀ ਪਾਰਟੀ SC BC ਭਾਈਚਾਰੇ ਦਾ ਭਲਾ ਨਹੀਂ ਕਰ ਸਕਦੀ। ਆ ਜਿਹੜੇ ਸਾਡੇ ਵਾਲੇ ਭੋਲੂ 39 ਜਿੱਤੇ ਨੇ ਪੰਜਾਬ ਚੋਂ, 34 ਸੀਟਾਂ ਰਿਜ਼ਰਵ ਨੇ ਤੇ 5 ਜਰਨਲ ਸੀਟਾਂ ਤੋਂ ਜਿੱਤੇ ਨੇ ਜੀ। ਇੱਕ ਨਛੱਤਰਪਾਲ ਜੀ ਨੂੰ ਛੱਡ ਕੇ ਬਾਕੀ 38 ਭੋਲੂ ਬਣੇ ਹੋਏ ਨੇ। ਜਦੋਂ ਰਾਜ ਸਭਾ ਦੀਆਂ ਨਿਯੁਕਤੀਆਂ ਹੋ ਰਹੀਆਂ ਸੀ, ਰਾਜ ਸਭਾ ਮੈਂਬਰ ਬਣਾਉਣੇ ਸੀ, ਸ਼ਡਿਊਲ ਕਾਸਟ ਨੇ ਵੱਡੇ ਪੱਧਰ ਤੇ ਵੋਟ ਪਾਈ। ਇਹਨਾਂ ਦੀ ਵੋਟ ਲੈ ਕੇ ਉਹਨਾਂ ਨੇ ਇਹਨਾਂ ਦੇ ਨੁਮਾਇੰਦਿਆਂ ਨੂੰ ਚੁਣਿਆ ਜੀ। ਸਭ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਵੀ ਸ਼ਡਿਊਲ ਕਾਸਟ SC BC ਵਿਰੋਧੀ ਪਾਰਟੀ ਹੈ। ਬੜੇ ਲਵਲੀ ਯੂਨੀਵਰਸਿਟੀ, ਬੜੇ ਉਦਯੋਗਪਤੀਆਂ ਨੂੰ ਰਾਜ ਸਭਾ ਮੈਂਬਰ ਭੇਜਿਆ। ਸਭ ਤੋਂ ਵੱਧ ਵੋਟਾਂ ਤਾਂ ਸ਼ਡਿਊਲ ਕਾਸਟਾਂ ਨੇ ਪਾਈਆਂ ਸੀ। ਤਾਂ ਜਿਹੜੇ ਫਿਰ ਆਮ ਆਦਮੀ ਪਾਰਟੀ ਚੋਂ ਸ਼ਡਿਊਲ ਕਾਸਟ ਜਿੱਤ ਕੇ ਗਏ ਨੇ, ਕੇਜਰੀਵਾਲ ਦੇ ਸਿਰੀ ਬਣੇ ਹੋਏ ਨੇ, ਉਹਨਾਂ ਦਾ ਫਰਜ਼ ਨਹੀਂ ਬਣਦਾ ਸੀ? ਕੁਦਰਤ ਨੂੰ ਹਰੇਕ ਇਨਸਾਨ ਨੂੰ ਕੁਦਰਤ ਮੂਹਰੇ ਜਵਾਬਦੇਹ ਹੋਣਾ ਪੈਂਦਾ। ਤੂੰ ਸਾਨੂੰ ਵੀ ਇੱਕ ਨਾ ਇੱਕ ਦਿਨ ਕੁਦਰਤ ਮੂਹਰੇ ਜਵਾਬ ਦੇਣਾ ਸੀ। ਇਸ ਗੱਲ ਦਾ ਜ਼ਰੂਰ ਪੈਣਾ ਕਿ ਜਦੋਂ ਸਾਡੇ ਹਿੱਤਾਂ ਤੇ ਡਾਕਾ ਵੱਜਦਾ, ਉਹਦੇ ਤੁਹਾਡੇ ਮੂੰਹਾਂ ਤੇ ਕਿਉਂ ਛਿੱਕੂ ਚੜ ਜਾਂਦਾ? ਬਾਬਾ ਸਾਹਿਬ ਦੀ ਬਦੌਲਤ ਤੁਸੀਂ ਜਿੱਤ ਕੇ ਗਏ ਹੋ, ਤੁਹਾਨੂੰ ਵੀ ਪਤਾ। ਤੇ ਤੁਹਾਡੀਆਂ ਵੋਟਾਂ ਦੇ ਨਾਲ ਰਾਜ ਸਭਾ 7 ਮੈਂਬਰ ਨਿਯੁਕਤ ਹੋਏ, ਉਹਦੇ ਵਿੱਚੋਂ ਕਿਉਂ ਨਹੀਂ SC BC ਭਾਈਚਾਰੇ ਚੋਂ ਨੁਮਾਇੰਦਗੀ ਦਿੱਤੀ ਗਈ? ਕਿਉਂ ਸ਼ਡਿਊਲ ਕਾਸਟ ਭਾਈਚਾਰੇ ਨੂੰ ਦਿੱਤੀ ਗਈ? ਮੈਂ ਆਮ ਆਦਮੀ ਪਾਰਟੀ ਦੇ ਸ਼ਡਿਊਲ ਕਾਸਟ MLA ਨੂੰ ਪੁੱਛਣਾ ਚਾਹੁੰਦਾ ਜੀ। ਮਜ਼ਦੂਰਾਂ ਦੀਆਂ ਯੂਨੀਅਨਾਂ ਵੱਲੋਂ ਆਉਣ ਵਾਲੇ ਸਮੇਂ ਦੇ ਸੰਗਰੂਰ ਵਿਖੇ ਧਰਨਾ ਲਾਇਆ ਗਿਆ। ਧਰਨਾ ਲਾਉਣ ਜਾ ਰਹੇ ਨੇ, ਮੋਰਚਾ ਲਾ ਰਹੇ ਨੇ 3 ਦਿਨ ਦਾ। ਤੁਸੀਂ ਵੀ ਸੰਗਰੂਰ ਜਾ ਕੇ ਆਏ ਹੋ, ਤੁਹਾਡੀ ਕੋਈ ਰੂਪਰੇਖਾ? ਤੁਹਾਨੂੰ ਲੱਗਦਾ ਨਹੀਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਉਹ ਮਜ਼ਦੂਰਾਂ ਦੀ ਗੱਲ ਨੂੰ ਪੂਰੀ ਤਰ੍ਹਾਂ ਦੇਖ ਨਹੀਂ ਰਹੀ ਹੈਗੀ, ਜਾਂ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੋਈ ਮੰਗ ਅਜਿਹੀ ਨਹੀਂ ਹੈਗੀ ਅਜੇ ਤੱਕ ਜਿਹੜੀਆਂ ਠੋਸ ਮੰਗਾਂ ਸੀ ਉਹਨਾਂ 'ਤੇ ਗੌਰ ਫਰਮਾਈ ਗਈ ਹੋਵੇ? ਤੁਹਾਡੀ ਬਸਪਾ ਦੀ ਕੀ ਰੂਪਰੇਖਾ ਆਉਣ ਵਾਲੇ ਸਮੇਂ ਦੇ ਵਿੱਚ? ਇਹਨਾਂ ਦੀ ਕੋਈ ਵੀ ਪਾਰਟੀ ਜਦੋਂ ਸੱਤਾ ਦੇ ਵਿੱਚ ਆਉਂਦੀ ਹੈ, ਉਦੋਂ ਗੱਲਾਂ ਹੋਰ ਹੁੰਦੀਆਂ, ਬਾਅਦ 'ਚ ਕੁਝ ਹੋਰ ਹੋ ਜਾਂਦੀਆਂ। ਆਮ ਆਦਮੀ ਪਾਰਟੀ ਜੇ ਮਜ਼ਦੂਰ ਵਰਗ ਨੂੰ, ਕਿਰਤੀ ਵਰਗ ਨੂੰ, ਮਜ਼ਦੂਰ ਦੀ ਕੋਈ ਜਾਤ ਨਹੀਂ ਹੋਇਆ ਕਰਦੀ, ਬੇਜ਼ਮੀਨਾ ਕਿਸਾਨ ਵੀ ਮਜ਼ਦੂਰ ਆ। ਤਾਂ ਜੇ ਇਹਨਾਂ ਨੇ ਮਜ਼ਦੂਰ ਵਰਗ ਨੂੰ ਭੁੱਲੇ ਨੇ, ਤਾਂ 3 ਮਹੀਨਿਆਂ ਦੇ ਅੰਦਰ ਖੁਦ CM ਵਾਲੀ ਸੀਟ ਪੁੜਿਆਂ ਭਾਰ ਡਿੱਗੇ ਆ, ਮਜ਼ਦੂਰ ਵਰਗ ਨੇ ਨਹੀਂ ਡਿੱਗੇ ਜੀ।
ਸੀਐਮ ਨੂੰ ਟਵੀਟ ਕਰਨਾ ਪਿਆ ਕਿ ਮਜ਼ਦੂਰ ਝੋਨਾ ਲਗਾਉਣ ਤੇ ਲੱਗੇ ਹੋਏ ਨੇ, ਚੋਣ ਕਮਿਸ਼ਨ ਸਾਹਿਬ VOTING ਦਾ ਥੋੜਾ ਜਿਹਾ ਸਮਾਂ ਵਧਾ ਦਿਓ। ਲੇੜਲੀਆਂ ਕੱਢਣੀਆਂ ਪਈਆਂ ਪਰ ਮਜ਼ਦੂਰਾਂ ਦਾ ਏਕਾ ਹੋਇਆ। ਮੈਂ ਇਸ ਗੱਲ ਦਾ ਧੰਨਵਾਦ ਕਰਦਾ, ਮਜ਼ਦੂਰ ਵਰਗ ਨੇ ਵੋਟ ਹੀ ਨਹੀਂ ਪਾਈ। VOTING ਪੋਲ ਬਹੁਤ ਜ਼ਿਆਦਾ ਘੱਟ ਹੋਈ, ਜਿਹੜੀ 80-85 ਹੋਈ ਸੀ ਉਹ ਸਿਰਫ 40 ਤੇ ਸਿਮਟ ਕੇ ਰਹਿ ਗਈ ਤੇ ਉੱਥੇ ਆਮ ਆਦਮੀ ਪਾਰਟੀ ਨੂੰ ਹਾਰਨਾ ਪਿਆ। ਤੇ ਜੇ ਸੂਬੇ ਦੀ ਸਰਕਾਰ ਨੂੰ ਹਜੇ ਵੀ ਭੁਲੇਖਾ ਲੱਗਦਾ ਵੀ ਨਹੀਂ ਮਜ਼ਦੂਰ ਸਾਡੇ ਉਲਟ, ਤਾਂ ਇੱਕ ਉਪਚੋਣ ਹੋਰ ਕਰਾ ਕੇ ਦੇਖ ਲਓ, ਪਤਾ ਲੱਗ ਜੂਗਾ ਕੀ ਭਾਅ ਵਿਕਦੀ ਹੈ। ਮੇਰਾ ਕਹਿਣ ਦਾ ਮਤਲਬ ਆਮ ਆਦਮੀ ਪਾਰਟੀ ਜਿਹੜੇ ਵਾਅਦੇ ਕੀਤੇ ਹਜ਼ਾਰ ਰੁਪਇਆ ਦੇਣ ਦਾ ਹੋਵੇ, ਸ਼ਗਨ ਸਕੀਮਾਂ ਡਬਲ ਕਰਨ ਦਾ ਹੋਵੇ, ਚਾਹੇ ਵਿਧਵਾ ਪੈਨਸ਼ਨ ਬੁਢਾਪਾ ਪੈਨਸ਼ਨ ਦੁੱਗਣੀਆਂ ਕਰਨ, ਸਾਰੇ ਵਾਅਦਿਆਂ ਤੋਂ ਅੱਜ ਭੱਜਦੀ ਨਜ਼ਰ ਆਉਂਦੀ ਹੈ ਜੀ। ਮਜ਼ਦੂਰ ਯੂਨੀਅਨਾਂ ਪਹਿਲਾਂ ਵੀ ਇਹਨਾਂ ਨੇ ਕਹਿਣਾ ਇਹ ਹੈ ਵੀ ਅਸੀਂ ਕੁਝ ਜਥੇਬੰਦੀਆਂ ਇਕੱਠੀਆਂ ਹੋ ਗਈਆਂ, ਪਰ ਬਸਪਾ ਉਹਨਾਂ ਯੂਨੀਅਨ ਦੇ ਵਿੱਚ ਫਿੱਟ ਨਹੀਂ ਬੈਠ ਰਹੀ ਹੈਗੀ। ਪਿੱਛੇ ਜੇ ਮੈਂ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਭਗਵੰਤ ਸਿੰਘ ਸਮਾਓ ਦੀ ਇੰਟਰਵਿਊ ਕੀਤੀ ਸੀ, ਉਹਨਾਂ ਨੇ ਮੁਲਾਕਾਤ ਦੌਰਾਨ ਕਿਹਾ ਸੀ, ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਕੀ ਬਸਪਾ ਮਜ਼ਦੂਰਾਂ ਦੀ ਅਗਵਾਈ ਕਰਨ ਦੇ ਯੋਗ ਹੈ। ਉਹਨਾਂ ਨੇ ਸਿੱਧਾ ਤੇ ਸਪਸ਼ਟ ਜਵਾਬ ਕਿਹਾ ਕਿ ਨਹੀਂ, ਬਸਪਾ ਆਪਣਾ ਮੌਕਾ ਗਵਾ ਚੁੱਕੀ ਹੈ। ਕਿਉਂ ਗਵਾ ਚੁੱਕੀ ਆ? ਇਹ ਤਾਂ ਉਹਨਾਂ ਦੀ ਸੋਚ ਆ ਨਾ, ਉਹ ਕਹਿ ਰਹੇ ਨੇ, ਉਹਨਾਂ ਨੂੰ ਜਿਹੜਾ ਠੀਕ ਲੱਗ ਰਿਹਾ ਉਹ ਆਪਦੀ ਮਰਜ਼ੀ ਦੇ ਮਾਲਕ ਨੇ, ਕੁਝ ਵੀ ਕਹਿ ਸਕਦੇ ਨੇ, ਪਰ ਸਾਨੂੰ ਉਹਨਾਂ ਤੋਂ ਕੋਈ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਬਹੁਜਨ ਸਮਾਜ ਪਾਰਟੀ ਦੇਸ਼ ਦੀ 3 ਨੰਬਰ ਦੀ ਪਾਰਟੀ ਆ, ਰਾਸ਼ਟਰੀ ਪਾਰਟੀ ਆ। ਅੱਜ ਵੀ ਬਹੁਜਨ ਸਮਾਜ ਪਾਰਟੀ ਦੇ 11 ਮੈਂਬਰ ਪਾਰਲੀਮੈਂਟ ਨੇ ਤੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸਾਡਾ ਇੱਕ MLA ਮਜ਼ਦੂਰਾਂ ਦੀ ਦਿਹਾੜੀ ਵਧਾਉਣ ਵਾਸਤੇ, ਮਜ਼ਦੂਰਾਂ ਦੇ ਹੱਕਾਂ ਨੂੰ ਦਬਾਉਣ ਵਾਸਤੇ ਵਿਧਾਨ ਸਭਾ 'ਚ ਸੰਘਰਸ਼ ਕੱਢ ਰਿਹਾ। YouTube ਖੋਲ ਕੇ ਦੇਖ ਲਓ ਜਾਂ ਤੁਸੀਂ Facebook ਰਾਹੀਂ ਦੇਖ ਸਕਦੇ ਹੋ ਕਿ ਮਜ਼ਦੂਰਾਂ ਦੇ ਹੱਕ ਹਮੇਸ਼ਾ ਬਹੁਜਨ ਸਮਾਜ ਪਾਰਟੀ ਨੇ ਲੜੇ ਨੇ। ਇਹ ਜਿਹੜੇ ਲੋਕਾਂ ਦੀ ਆਪਦੀ ਕੁਛ ਹੋਂਦ ਨਹੀਂ ਹੁੰਦੀ, ਉਹ ਘਬਰਾਹਟ ਦੇ ਵਿੱਚ ਆ ਕੇ ਇਸ ਤਰ੍ਹਾਂ ਦੇ ਬਿਆਨ ਦਿੰਦੇ ਨੇ। ਤੁਹਾਨੂੰ ਇਹ ਨਹੀਂ ਲੱਗਦਾ ਹੈ ਕਿ ਮਜ਼ਦੂਰ ਤੁਹਾਡੇ ਸਾਰੀਆਂ ਜਥੇਬੰਦੀਆਂ, ਤੁਸੀਂ ਬਸਪਾ ਗੱਲ ਕਰ ਰਹੇ ਹੋ ਮਜ਼ਦੂਰਾਂ ਦੀ, ਮਜ਼ਦੂਰ ਆਪਸ ਵਿੱਚ ਜਾਣਬੁੱਝ ਕੇ ਪਾੜੇ ਜਾ ਰਹੇ ਨੇ ਵੀ ਕਿਤੇ ਇਹ ਇਕੱਠੇ ਨਾ ਹੋ ਜਾਣ? ਕਿਤੇ ਇਹ ਤਾਂ ਨਹੀਂ ਹੈਗਾ ਤੁਹਾਨੂੰ ਉੱਤੋਂ ਜਿਵੇਂ ਯੂਨੀਅਨ ਦੇ ਇਲਜ਼ਾਮ ਲੱਗਦੇ ਨੇ ਅਕਸਰ ਕਿ ਫਲਾਨੀ ਪਾਰਟੀ ਉਹ ਯੂਨੀਅਨ ਨੂੰ ਇਸ ਤਰ੍ਹਾਂ ਕਹਿੰਦੀ ਵੀ ਇਹਨੂੰ ਐਂ ਕਰਕੇ ਰੱਖੋ? ਦੇਸ਼ ਦੇ ਅੰਦਰ ਜੇ ਮਜ਼ਦੂਰ ਦੀ SC BC ਸਮਾਜ ਦੀ ਗੱਲ ਕਰੀ ਆ ਤਾਂ ਬਹੁਜਨ ਸਮਾਜ ਪਾਰਟੀ ਨੇ ਕਰੀ ਆ। ਸ਼ਾਇਦ ਸਾਡੇ ਜਨਮ ਵੀ ਨਹੀਂ ਹੋਏ ਹੋਣੇ ਉਸ ਸਮੇਂ, ਅਸੀਂ ਸ਼ਾਇਦ ਦੁੱਧ ਪੀਂਦੇ ਹੋਵਾਂਗੇ, ਉਦੋਂ ਬੱਚੇ ਹੋਵਾਂਗੇ, ਰੁੜਦੇ ਹੋਵਾਂਗੇ। ਜਿਹੜੇ ਲੋਕ ਕਹਿ ਰਹੇ ਨੇ ਉਹ ਵੀ, ਤੇ ਜਦੋਂ ਬਹੁਜਨ ਸਮਾਜ ਪਾਰਟੀ ਨੇ ਨਾਅਰਾ ਦਿੱਤਾ ਸੀ ਕਿ ਸੀਰੀ ਰਲਣਾ ਬੰਦ ਕਰੋ, ਪਾਤਸ਼ਾਹੀ ਦਾ ਪ੍ਰਬੰਧ ਕਰੋ, ਤੁਸੀਂ ਰਾਜੇ ਬਣ ਸਕਦੇ ਹੋ, ਤੁਹਾਡੀ ਵੋਟ ਦੇ ਵਿੱਚ ਇੰਨੀ ਪਾਵਰ ਆ, ਤੇ ਜਿਹੜੇ ਲੋਕ ਇਹ ਗੱਲ ਕਹਿ ਰਹੇ ਨੇ, ਬਹੁਜਨ ਸਮਾਜ ਪਾਰਟੀ ਨੇ ਦੇਸ਼ ਦੇ ਅੰਦਰ ਹਮੇਸ਼ਾ ਮਜ਼ਦੂਰ, ਸਾਡਾ ਕੋਈ ਕਾਸਟ ਨਾਲ ਨਹੀਂ ਵੀ ਮੰਨ ਲਓ ਅਸੀਂ ਇਹ ਦੇਖ ਰਹੇ ਹਾਂ ਵੀ 4 ਵਿਅਕਤੀ ਬੈਠੇ ਨੇ ਵੀ ਸਭ ਤੋਂ ਜ਼ਿਆਦਾ ਭੁੱਖ ਕਿਸ ਵਿਅਕਤੀ ਨੂੰ ਆ, ਕਮੀਆਂ ਕਿਸ ਵਿਅਕਤੀ ਨੂੰ ਸਰਕਾਰ ਨੇ ਆਰਥਿਕ ਤੌਰ ਤੇ ਕਮਜ਼ੋਰ ਕੀਤਾ ਹੋਇਆ, ਉਹਨੂੰ ਪਹਿਲਾਂ ਰਾਹਤ ਦਿੱਤੀ ਜਾਵੇ ਜੀ। ਚਾਹੇ ਉਹਦੇ 'ਚ ਕਿਸਾਨ ਹੋਵੇ, ਚਾਹੇ ਕੋਈ ਸ਼ਡਿਊਲ ਕਾਸਟ ਹੋਵੇ। ਜਿਹੜਾ ਬੰਦਾ ਆਰਥਿਕ ਤੌਰ ਤੋਂ ਬਿਲਕੁਲ ਵੀਕ ਹੋ ਚੁੱਕਿਆ, ਖੁਦਕੁਸ਼ੀਆਂ ਦੇ ਰਾਹ ਤੇ ਤੁਰਿਆ ਹੋਇਆ ਪੰਜਾਬ, ਉਹਨਾਂ ਬੰਦਿਆਂ ਨੂੰ ਸਾਡੀ ਸਟੈਂਡ ਕਰਨ ਦੀ ਸੋਚ ਹੈ। ਕਿਰਤੀ ਵਿਭਾਗ ਦੇ ਡਾਇਰੈਕਟਰ ਨਾਲ ਤੁਹਾਡੀ ਮੀਟਿੰਗ ਹੋਈ ਸੀ, ਤੁਹਾਨੂੰ ਉਦੋਂ ਇਹ ਗੱਲ ਕਹੀ ਗਈ ਸੀ ਵੀ ਜਿਹੜੇ ਮਜ਼ਦੂਰਾਂ ਦੇ ਆਗੂ ਨੇ, ਦੂਸਰੇ ਪਾਸੇ ਕਿਸਾਨ ਆਗੂ ਨੇ, ਉਹ ਮੀਟਿੰਗ ਕਰਕੇ ਉਹ ਝੋਨੇ ਲਵਾਈ ਤੈਅ ਕਰਨਗੇ, ਉਹ ਵਿੱਚੇ ਗੱਲ ਲਟਕੀ? ਜਾਂ ਜਿਹੜੀ ਤੁਸੀਂ ਦਿਹਾੜੀ ਦੀ ਗੱਲ ਕਰਕੇ ਆਏ ਸੀ ਉਹ ਗੱਲ ਵਿੱਚੇ ਲਟਕੀ ਹੋਈ ਹੈ? ਤੁਹਾਨੂੰ ਲੱਗਦਾ ਨਹੀਂ ਵੀ ਅਜੇ ਤੱਕ ਤੁਹਾਡੀ ਗੱਲ ਦੇ ਪੂਰੀ ਤਰ੍ਹਾਂ? ਦੇਖੋ, ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਗਰੀਬਾਂ ਨੂੰ ਪਾਤਸ਼ਾਹੀਆਂ ਦੇਣ ਦੀ ਗੱਲ ਕੀਤੀ ਸੀ ਜੀ, ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਗੱਲ ਕਹੀ ਸੀ ਕਿ ਜ਼ੁਲਮ ਦੇ ਖਿਲਾਫ ਰੱਜ ਕੇ ਟਾਕਰਾ ਕਰੋ। ਉਹਦਾ ਹੱਲ ਕੀ ਹੁੰਦਾ? ਉਸ ਨਹੀਂ, ਤੁਸੀਂ ਆਪਣੇ ਸੱਚੇ ਮਨੋਂ ਸੰਘਰਸ਼ ਕਰੋ। ਸਾਨੂੰ ਪਤਾ ਸਾਡੇ ਸਮਾਜ ਨੇ ਅੱਜ ਪਾਵਰ ਆਮ ਆਦਮੀ ਪਾਰਟੀ ਨੂੰ ਦਿੱਤੀ ਹੋਈ ਹੈ, ਅਫਸਰਸ਼ਾਹੀ ਵੀ ਉਹਨਾਂ ਦੀ ਬੋਲੀ ਬੋਲਦੀ ਹੈ। ਸਾਡੀ ਉਹ ਨਹੀਂ ਸੁਣ ਰਹੇ ਤਾਂ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਖਾਮੋਸ਼ ਹੋ ਕੇ ਬੈਠੇ ਰਹੀਏ, ਅਸੀਂ ਸੰਘਰਸ਼ ਲੜਾਂਗੇ, ਠੋਕ ਵਜਾ ਕੇ ਲੜਾਂਗੇ। ਸਾਨੂੰ ਇਸ ਤਰ੍ਹਾਂ ਨਹੀਂ ਵੀ ਅਸੀਂ ਕੋਈ ਵੰਡੀਆਂ ਪਾ ਕੇ ਜਾਤੀਆਂ ਦੇ ਵਿੱਚ ਲੜਾਈ ਲੜਨੀ ਆ। ਅਸੀਂ ਚਾਹੁੰਦੇ ਹਾਂ ਕਿ ਸਰਕਾਰ ਦੀਆਂ ਗਲਤ ਨੀਤੀਆਂ ਨਾਲ BC ਭਾਈਚਾਰਾ, ਕਿਉਂਕਿ ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਨਾ ਹੋਣ ਕਾਰਨ ਅੱਜ ਨੌਕਰੀਆਂ ਤੇ ਨਹੀਂ ਦਿਸ ਰਿਹਾ। ਹਜੇ ਅਸੀਂ ਤਾਂ 25% ਫਿਰ ਵੀ, ਤੇ ਉਹ ਸਾਡੇ 25% ਨੂੰ ਵੀ BC ਭਾਈਚਾਰੇ ਨੂੰ ਤਾਂ ਦੇਣੀ ਕਿਹਾ ਰਿਜ਼ਰਵੇਸ਼ਨ, ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਕਿਆ ਕਰਨੀ ਆ। ਸਾਡੀ ਜਿਹੜੀ 25% ਮਿਲਦੀ ਆ ਉਹ ਤੇ ਵੀ ਆਮ ਆਦਮੀ ਪਾਰਟੀ ਦੀ ਆਵਾਜ਼ ਆਖਾ ਵੀ ਕਦੋਂ ਡਾਕਾ ਮਰਿਆ ਜਾਵੇ। ਪਰ ਬਹੁਜਨ ਸਮਾਜ ਪਾਰਟੀ ਇਹ ਗੱਲਾਂ ਨੂੰ ਸਹਿਣ ਨਹੀਂ ਕਰੂਗੀ। ਮੈਂ ਸੂਬੇ ਦੇ ਮੁੱਖ ਮੰਤਰੀ ਨੂੰ ਦੱਸਣਾ ਚਾਹਣਾ ਕਿ ਇੱਟ ਨਾਲ ਇੱਟ ਖੜਕਾ ਦਾਂਗੇ। ਤੁਸੀਂ ਆਪਣਾ ਸਰਕਾਰ ਰਾਜ ਭਾਗ ਤੁਹਾਨੂੰ ਦਿੱਤਾ,
ਤੁਹਾਨੂੰ ਮੁਬਾਰਕਾਂ, ਰਾਜ ਭਾਗ ਚਲਾਓ, ਪਰ ਸੰਵਿਧਾਨ ਨਾਲ ਛੇੜਛਾੜ ਤੁਹਾਨੂੰ ਬਹੁਤ ਜ਼ਿਆਦਾ ਮਹਿੰਗੀ ਪੈਣੀ ਹੈ ਜੇ ਤੁਸੀਂ ਕਰੋਗੇ। ਕਮੈਂਟਾਂ ਦੇ ਵਿੱਚ ਜਾਂ ਕਈ ਵਾਰੀ ਚਰਚਾ ਦਾ ਵਿਸ਼ਾ ਇਹ ਵੀ ਸੁਣਨ ਨੂੰ ਮਿਲਦੀ ਹੈ ਕਿ ਬਸਪਾ ਨੇਤਾ ਜੀ ਕੁਲਦੀਪ ਸਿੰਘ ਸਰਦੂਲਗੜ੍ਹ ਇੱਧਰ ਤਾਂ ਪੂਰੀ ਤਰ੍ਹਾਂ ਲੱਗਿਆ ਹੋਇਆ ਹੈ, ਉਹਨਾਂ ਨੇ ਆਪਦੀ ਸ਼੍ਰੋਮਣੀ ਅਕਾਲੀ ਦਲ ਦੇ ਅੰਡਰ ਰਹਿ ਕੇ ਵੀ ਬਠਿੰਡਾ ਸੀਟ ਦੇ ਉੱਤੇ ਪੂਰੀ ਤਰ੍ਹਾਂ ਫੋਕਸ ਰੱਖਿਆ ਹੈ, 2024 ਦੀ ਤਿਆਰੀ ਕਰ ਰਹੇ ਨੇ। ਤਾਂ ਕੌਣ? ਕੁਲਦੀਪ ਸਿੰਘ ਸਰਦੂਲਗੜ੍ਹ। ਨਹੀਂ, ਮੇਰਾ ਕੋਈ ਚੋਣ ਲੜਨ ਦਾ ਮਨ ਤੁਹਾਡਾ ਨਹੀਂ ਚੋਣ ਲੜਨ ਦਾ, ਵੀ ਤੁਸੀਂ ਇਹ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਮਜ਼ਦੂਰਾਂ ਨੂੰ ਇੱਕ ਇਹ ਦੱਸਣਾ ਚਾਹੁੰਦੇ ਨੇ ਕਿ ਸਾਡਾ ਵੋਟ ਬੈਂਕ ਹੈ ਇਹ, ਅਸੀਂ ਬਸਪਾ ਦਿਖਾਉਣਾ ਚਾਹੁੰਦੇ ਹਾਂ। ਨਹੀਂ, ਇਹ ਗੱਲ ਨਹੀਂ ਹੈ। ਜੇ ਸਾਡਾ ਹੁੰਦਾ ਤਾਂ ਫਿਰ ਅਸੀਂ ਕਦੋਂ ਦੀ ਰਾਸਤਾ ਪ੍ਰਾਪਤ ਕੀਤੀ ਹੁੰਦੀ। ਸਾਡਾ ਅਨਭੋਲ ਸਮਾਜ ਆ, ਜਿਹੜਾ ਵੀ ਕੋਈ ਇਹਨਾਂ ਨੂੰ ਗੁੰਮਰਾਹ ਕਰਦਾ, ਝੂਠ ਮਾਰਦਾ, ਬੜਾ ਦਰਿਆ ਦਿਲੀ ਸਮਾਜ ਆ, ਭੋਲਾ ਸਮਾਜ ਆ, ਤੇ ਉਹਨਾਂ ਦੇ ਗੱਲ ਮੰਨ ਲੈਂਦਾ। ਪਹਿਲਾਂ ਮੋਦੀ ਜੀ ਨੇ ਕਹਿਤਾ ਅੱਛੇ ਦਿਨ ਆ ਜਾਣਗੇ, 15-15 ਲੱਖ ਖਾਤਿਆਂ 'ਚ ਆਜੂ। ਹੁਣ ਕੇਜਰੀਵਾਲ ਨੇ ਕਹਿਤਾ ਬੀਬੀਆਂ ਨੂੰ ਵੀ ਹਜ਼ਾਰ ਰੁਪਇਆ ਆਜੂ। ਉਹਨਾਂ ਨੂੰ ਕੁਛ ਨਾ ਕੁਛ ਚਾਹੀਦਾ ਹੁੰਦਾ, ਉਹ ਇਸ ਤਰ੍ਹਾਂ ਬੋਲਦੇ ਰਹਿੰਦੇ ਨੇ, ਪਰ ਸਾਨੂੰ ਇਸ ਚੀਜ਼ ਦੀ ਕੋਈ ਪਰਵਾਹ ਨਹੀਂ। ਅਸੀਂ ਹੱਕ ਸੱਚ ਦੀ ਲੜਾਈ ਲੜ ਰਹੇ ਹਾਂ ਜਿੰਨਾ ਤੱਕ ਸਵਾਸ ਚੱਲਦੇ ਨੇ। ਮਜ਼ਦੂਰ ਦੀ ਲੜਾਈ, ਘੱਟ ਜ਼ਮੀਨੇ ਕਿਸਾਨ ਦੀ, ਭਾਵੇਂ ਦੀ ਉਹ ਮਹਾਜਨ ਆ, ਜੇ ਉਹ 'ਤੇ ਅਤਿਆਚਾਰ ਹੁੰਦਾ ਅਸੀਂ ਹਿੱਕ ਡਾ ਕੇ ਉਹਦੇ ਹੱਕ ਦੇ ਵਿੱਚ ਲੜਾਈ ਲੜਾਂਗੇ। ਤੁਸੀਂ ਆਮ ਆਦਮੀ ਪਾਰਟੀ ਬਾਰੇ ਸਿੱਧਾ ਸੋਚੋ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਨੇ ਉਹ ਸਰਕਾਰ ਚਲਾ ਰਹੇ ਨੇ ਜਾਂ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਚਲਾ ਰਹੇ ਨੇ? ਦੇਖੋ, ਸਰਕਾਰ ਤਾਂ ਅੱਜ ਵਿਚਾਰਾ ਸੀਐਮ ਦੇ ਵੀ ਮੈਂ ਕਿਹਾ ਹੱਥ ਬੰਨੇ ਹੋਏ ਨੇ। ਸਰਕਾਰ ਦੇ ਵਿੱਚ ਤਾਂ ਪੂਰੀ ਦਖਲਅੰਦਾਜ਼ੀ ਰਾਘਵ ਚੱਡੇ ਦੀ ਆ। ਕੋਈ ਵੀ ਸੀਨੀਅਰ ਅਧਿਕਾਰੀ ਨਿਯੁਕਤ ਕੀਤਾ ਜਾਂਦਾ ਉਹ ਰਾਘਵ ਚੱਡੇ ਤੋਂ ਬਗੈਰ ਨਹੀਂ ਹੋ ਰਿਹਾ। ਪੰਜਾਬੀਆਂ ਨੇ ਨਾਲ ਹਮੇਸ਼ਾ ਧੋਖਾ ਹੁੰਦਾ। ਅਸੀਂ ਪਹਿਲਾਂ ਵੀ ਕਿਹਾ ਸੀ ਪੰਜਾਬ ਦੀ ਦਿੱਲੀ ਕਦੇ ਬਣਦੀ ਨਹੀਂ, ਤੇ ਹੁਣ ਵੀ ਜਿਹੜੀ ਪੰਜਾਬ ਦੀ ਬਾਂਗਾਡੋਰ ਉਹ ਦਿੱਲੀ ਦੇ ਹੱਥ ਆ। ਤੇ ਦਿੱਲੀ ਸਾਡੇ 177 ਮੁੰਡੇ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਏ, ਜਰਨਲ ਮੈਟ ਤੋਂ ਵੀ ਵੱਧ ਨੰਬਰ ਅੰਕ ਪ੍ਰਾਪਤ ਕਰਕੇ ਘਰਾਂ ਦੇ ਵਿੱਚ ਵਹਾ ਦਿੱਤੇ। 66 ਖਜ਼ਾਨਾ ਅਫਸਰਾਂ ਦੀਆਂ ਪੋਸਟਾਂ ਨਿਕਲੀਆਂ, ਉਹਦੇ 'ਚ ਰਿਜ਼ਰਵੇਸ਼ਨ ਇਹਨਾਂ ਨੇ ਖਤਮ ਕਰ ਦਿੱਤੀ। ਹੁਣ ਜਿਹੜੇ ਮੁਹੱਲਾ ਕਲੀਨਿਕ ਖੁੱਲ੍ਹ ਰਹੇ ਨੇ ਉਹਦੇ ਵਿੱਚ ਘੱਟੋ ਘੱਟ 4 ਤੋਂ 5 ਵਿਅਕਤੀਆਂ ਦਾ ਸਟਾਫ ਹੁੰਦਾ, ਉਹਦੇ ਵਿੱਚ ਰਿਜ਼ਰਵੇਸ਼ਨ ਨਹੀਂ ਦੇ ਰਹੇ। ਸੰਵਿਧਾਨ ਨਾਲ ਗੱਲ ਬਾਬਾ ਸਾਹਿਬ ਡਾਕਟਰ ਮੈਂ ਪੁੱਛਣ ਇਹ ਸਵਾਲ ਹੀ ਅਗਲਾ ਮੇਰਾ ਸਵਾਲ ਹੋਣਾ ਸੀ ਇਹ ਵੀ ਚਾਹੇ ਲਾਫਸਰ ਹੋਣ, ਚਾਹੇ ਮੁਹੱਲਾ ਕਲੀਨਿਕ ਹੋਣ, ਚਾਹੇ ਪੁਲਿਸ ਦੀ ਭਰਤੀ ਦੇ ਵਿੱਚ ਜਿਹੜੇ ਬੱਚੇ ਸਿਲੈਕਟ ਹੋਏ ਸੀ 170 ਦੇ ਲਗਭਗ, ਉਹਨਾਂ ਨੂੰ ਬਾਹਰ ਕੱਢ ਦੇਣਾ। ਕੀ ਲੱਗਦਾ ਵੀ ਇਹ ਭਗਵੰਤ ਮਾਨ ਪੰਜਾਬ ਦੀ ਸਰਕਾਰ ਰਿਜ਼ਰਵੇਸ਼ਨ ਖਤਮ ਕਰਨ ਪਾਸੇ ਤੁਲੀ ਹੋਈ ਹੈ ਜਾਂ ਉੱਪਰੋਂ ਕੋਈ ਇਹਨਾਂ ਦੀ ਹਦਾਇਤ ਹੈ ਜਿਹੜਾ ਇਹਨਾਂ ਦੇ ਇਲਜ਼ਾਮ ਲੱਗਦੇ ਨੇ ਵਾਰੀ-ਵਾਰੀ ਵੀ ਜੀ ਭਾਜਪਾ ਦੀ ਬੀ ਟੀਮ ਹੈ? ਜੀ ਬਿਲਕੁਲ ਆਰਐਸਐਸ ਦੀ ਸ਼ਹਿ 'ਤੇ ਕੰਮ ਹੋ ਰਿਹਾ। ਸਾਡੇ ਹੱਕਾਂ ਦੇ ਉੱਤੇ ਡਾਕੇ ਮਾਰੇ ਜਾ ਰਹੇ ਨੇ। ਮੈਂ ਸਮਾਜ ਨੂੰ ਕਹਿਣਾ ਚਾਹੁੰਦਾ ਕਿ ਆਪਾਂ ਇੱਕ ਪਲੇਟਫਾਰਮ 'ਤੇ ਇਕੱਠੇ ਹੋਈਏ। ਬਹੁਜਨ ਸਮਾਜ ਪਾਰਟੀ ਸਾਹਿਬ ਸ਼੍ਰੀ ਕਾਂਚੀ ਰਾਮ ਨੇ ਸਾਨੂੰ ਸਾਡਾ ਆਪਣਾ ਘਰ ਬਣਾ ਕੇ ਦਿੱਤਾ ਹੋਇਆ। ਆ ਛੋਟੀਆਂ ਜਥੇਬੰਦੀਆਂ 'ਚ ਸਾਡੇ ਭਲੇ ਨਹੀਂ ਹੋਣੇ। ਰਾਜਸਥਾਨ ਵਗ ਜਾਓ, ਮੱਧ ਪ੍ਰਦੇਸ਼ ਵਗ ਜਾਓ, ਛੱਤੀਸਗੜ੍ਹ ਦੇ ਵਿੱਚ ਵਗ ਜਾਓ ਜਾਂ ਉੱਤਰਾਖੰਡ 'ਚ ਵਗ ਜਾਓ, ਹਰੇਕ ਜਗ੍ਹਾ ਦੇ ਉੱਤੇ ਨੀਲਾ ਝੰਡਾ, ਹਾਥੀ ਦਾ ਨਿਸ਼ਾਨ ਮਿਲੂਗਾ। ਦੇਸ਼ ਦੀ ਤੀਜੇ ਨੰਬਰ ਦੀ ਪਾਰਟੀ ਅੱਜ 75 ਸਾਲ ਬੀਤ ਜਾਣ ਦੇ ਬਾਵਜੂਦ ਹੀ ਆਜ਼ਾਦ ਹੋਇਆਂ ਨੂੰ ਸਾਨੂੰ ਅੱਜ ਵੀ ਅਸੀਂ ਘੜਿਆਂ ਦੇ ਵਿੱਚੋਂ ਪਾਣੀ ਨਹੀਂ ਪੀ ਸਕਦੇ। ਰਾਜਸਥਾਨ ਦੇ ਵਿੱਚ ਇੱਕ 9 ਸਾਲ ਦਾ ਬੱਚਾ, ਉਹਦਾ ਸੰਘਰਸ਼ ਕਿਹਨੇ ਲੜਿਆ? ਉੱਥੇ ਬਹੁਜਨ ਸਮਾਜ ਪਾਰਟੀ ਸੜਕਾਂ ਦੇ ਉੱਤੇ ਆਈ ਕਿ 9 ਸਾਲ ਦੇ ਬੱਚੇ ਨੂੰ ਪਤਾ ਨਹੀਂ ਸੀ ਵੀ ਕਿਹੜਾ ਘੜਾ ਉੱਚ ਸ਼੍ਰੇਣੀਆਂ ਦਾ ਤੇ ਕਿਹੜਾ ਸ਼ਡਿਊਲ ਕਾਸਟਾਂ ਦਾ। ਉਹਨੇ ਜਰਨਲ ਵਾਲੇ 'ਚੋਂ ਪਾਣੀ ਪੀ ਲਿਆ ਤੇ ਮਾਸ ਟੀਚਰ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਤੁਹਾਨੂੰ ਵੀ ਪਤਾ, ਤੁਹਾਡੇ ਚੈਨਲ ਦਾ ਬੜਾ ਵੱਡਾ ਪਾੜਾ। ਤੇ ਸਰਕਾਰ ਜਿਹੜੀ ਕੇਜਰੀਵਾਲ ਦੀ ਸਰਕਾਰ ਆ ਜਾਂ ਉੱਥੇ ਆਪਣਾ ਰਾਜਸਥਾਨ ਦੇ ਵਿੱਚ ਅਸ਼ੋਕ ਗਹਿਲੋਤ ਦੀ ਸਰਕਾਰ ਆ, ਅਸ਼ੋਕ ਗਹਿਲੋਤ ਦਾ ਖੁਦ ਕਹਿ ਰਿਹਾ, ਕਹਿੰਦਾ ਛੋਟੀਆਂ-ਮੋਟੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ। ਇਹਨੂੰ ਸ਼ਰਮ ਆਉਣੀ ਚਾਹੀਦੀ ਆ। ਜਾਂ ਆਮ ਆਦਮੀ ਪਾਰਟੀ ਦੇ ਜਿਹੜੇ ਰਿਜ਼ਰਵੇਸ਼ਨ ਦਾ ਫਾਇਦਾ ਲੈ ਕੇ ਵਿਧਾਇਕ ਬਣੇ ਨੇ, ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਤੁਹਾਡਾ ਸੂਬੇ ਦਾ ਸੀਐਮ ਜਦੋਂ ਕਹਿ ਰਿਹਾ ਕਿ ਇੰਨੀ ਮਹਿੰਗਾਈ ਦੇ ਵਿੱਚ 500 ਦਿਹਾੜੀ ਹੋਣੀ ਚਾਹੀਦੀ ਆ ਤੇ ਤੁਸੀਂ ਕੁੰਭਕਰਨ ਦੀ ਨੀਂਦ ਸੁੱਤੇ ਹੋਏ ਹੋ। ਤੁਹਾਨੂੰ ਸਮਾਜ ਨੇ ਆਉਣ ਵਾਲੇ ਇਲੈਕਸ਼ਨ 'ਚ ਪਿੰਡਾਂ 'ਚ ਨਹੀਂ ਵੜਨ ਦੇਣਾ। ਤੇ ਜਦੋਂ ਤੁਹਾਡਾ ਸੀਐਮ 500 ਰੁਪਏ ਦਿਹਾੜੀ ਕਹਿ ਰਿਹਾ ਵੀ ਹੋਣੀ ਚਾਹੀਦੀ ਆ, ਤੇ ਫਿਰ ਹੁਣ ਤੁਹਾਡੇ ਸੀਐਮ ਦਾ ਹਰਾ ਪੈਨ ਕਿਉਂ ਨਹੀਂ ਚੱਲਦਾ? ਹਰੇ ਪੈਨ ਦੀ ਹੁਣ ਸ਼ਾਹੀ ਸੁੱਕੀ ਆ ਜਾਂ ਨਿੱਬ ਟੁੱਟੀ ਹੋਈ ਆ, ਤਾਂ ਫਿਰ ਤੁਸੀਂ ਉਹਨੂੰ ਕਹਿ ਕੇ ਜਦੋਂ ਵੀ ਸੀਐਮ ਸਾਹਿਬ ਤੁਸੀਂ ਖੁਦ ਐਲਾਨ ਕੀਤਾ ਕਿ ਇੰਨੀ ਹੋਣੀ ਚਾਹੀਦੀ ਆ, ਫਿਰ ਕਰਦੇ ਕਿਉਂ ਨਹੀਂ? ਕਿ ਆਰਐਸਐਸ ਦੇ ਤੁਸੀਂ ਵੀ ਸੀਰੀ ਬਣ ਚੁੱਕੇ ਹੋ। ਜਾਂ ਆ ਕੇ ਕਹਿ ਦਿਓ ਸਮਾਜ ਨੂੰ ਵੀ ਅਸੀਂ ਸੀਰੀ ਬਣ ਚੁੱਕੇ ਆ, ਅਸੀਂ ਗੁਲਾਮ ਆ, ਅਸੀਂ ਟਿਕਟਾਂ ਦੇ ਬਸ ਪਏ ਹੋਏ ਆ, ਅਗਲੀ ਵਾਰ ਸਾਨੂੰ ਟਿਕਟ ਨਹੀਂ ਮਿਲਣੀ। ਅਸੀਂ ਸਮਾਜ ਦੀ ਗੱਲ ਨਹੀਂ, ਤੁਹਾਨੂੰ ਸਮਾਜ ਨੇ ਗਲੀਆਂ ਦੇ ਵਿੱਚ, ਚੁਰਾਹਿਆਂ ਦੇ ਵਿੱਚ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਸਵਾਲ ਕਰਨੇ ਨੇ। ਤਿਆਰ ਰਹੋ ਸਾਥੀਓ। ਤੁਹਾਨੂੰ ਲੱਗਦਾ ਅੱਜ ਜਿਹੜਾ ਸਵਾਲ ਭਗਵੰਤ ਸਿੰਘ ਸਮਾਓ ਨੇ ਕਾਂਚੀ ਰਾਮ ਜੀ ਨੂੰ ਲੈ ਕੇ ਉਠਾਇਆ ਸੀ, ਤੁਹਾਨੂੰ ਲੱਗਦਾ ਵੀ ਅੱਜ ਬਸਪਾ ਦੇ ਆਗੂ ਸਾਹਿਬਾਨ ਕਾਂਚੀ ਰਾਮ ਜੀ ਦੇ ਦੱਸੇ ਹੋਏ ਰਾਹਾਂ ਤੇ ਚੱਲ ਰਹੇ ਨੇ? 100% ਚੱਲ ਰਹੇ ਆ।
ਕੋਈ ਇਹ ਨਹੀਂ, ਇਹ ਥੋੜੀ ਆ, ਜਾਣਾ ਤਾਂ ਸਭ ਨੇ ਹੀ ਆ ਜੀ। ਸਾਡੇ ਬਜ਼ੁਰਗ ਵੀ ਗਏ ਨੇ, ਜਿਹੜੇ ਕਹਿ ਰਹੇ ਨੇ ਉਹਨਾਂ ਦੇ ਦਾਦੇ ਪੜਦਾਦੇ ਵੀ ਇਸ ਸੰਸਾਰ ਤੋਂ ਗਏ ਨੇ, ਅਸੀਂ ਵੀ ਜਾਣਾ। ਇਹਦਾ ਥੋੜੀ ਆ ਵੀ ਇਹ ਵਿਚਾਰਧਾਰਾ ਖਤਮ ਹੋ ਗਈ। ਅੱਜ ਅਸੀਂ ਉਸੇ ਵਿਚਾਰਧਾਰਾ ਤੇ ਸਾਹਿਬ ਸ਼੍ਰੀ ਕਾਂਛੀ ਰਾਮ ਨੇ ਪੰਜਾਬ ਦੇ ਵਿੱਚੋਂ ਇੱਕੋ ਹੀ ਚੋਣ ਲੜੀ, ਮੈਂਬਰ ਪਾਰਲੀਮੈਂਟ ਦੀ, ਹੁਸ਼ਿਆਰਪੁਰ ਤੋਂ। ਉਹੀ ਉਹ ਚੋਣ ਜਿੱਤੇ। ਜਦੋਂ ਜਿੱਤ ਕੇ ਲੋਕ ਸਭਾ ਦੇ ਵਿੱਚ ਗਏ, ਇਹ ਸ਼ਬਦ ਦਰਜ ਨੇ ਲੋਕ ਸਭਾ ਦੇ ਵਿੱਚ, ਜਦੋਂ ਸਵਾਲ ਕੀਤਾ ਗਿਆ ਵੀ ਤੁਹਾਡੀ ਪਾਰਟੀ ਦਾ ਚੋਣ ਮੈਨੀਫੈਸਟੋ ਕੀ ਹੈ, ਤਾਂ ਸਾਹਿਬ ਸ਼੍ਰੀ ਕਾਂਛੀ ਰਾਮ ਨੇ ਕਿਹਾ ਸੀ ਕਿ ਮੇਰੀ ਪਾਰਟੀ ਦਾ ਚੋਣ ਮੈਨੀਫੈਸਟੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਆ। ਮੈਂ ਇਹਨਾਂ ਦੀ ਸੋਚ ਨੂੰ ਪੂਰੇ ਭਾਰਤ ਭਰ ਤੇ ਲਾਗੂ ਕਰਨਾ ਚਾਹਣਾ। ਮਾਨਸ ਕੀ ਜਾਤ ਸਭੇ ਇੱਕ ਪਛਾਨਵੋ। ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੋਚ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਓਟ ਲੈ ਕੇ ਅੱਗੇ ਵਧਣਾ ਚਾਹਣਾ। ਮੈਂ ਗੁਰੂਆਂ ਦੀ ਸੋਚ ਭਾਰਤ ਭਰ ਤੇ ਲਾਗੂ ਕਰਨਾ ਚਾਹਣਾ। ਤੇ ਕਿੰਨੇ ਸਰਦਾਰ ਮੈਂਬਰ ਪਾਰਲੀਮੈਂਟ ਜਿੱਤ ਕੇ ਗਏ ਨੇ ਵੱਖ-ਵੱਖ ਪਾਰਟੀਆਂ ਚੋਂ। ਕਿਉਂ ਨਹੀਂ ਅੱਜ ਤੱਕ ਉਹ ਲੋਕ ਸਭਾ ਸਭ ਤੋਂ ਵੱਡਾ ਸਾਡਾ, ਮੈਂ ਕਹਾਂ, ਜਿੱਥੇ ਦੇਸ਼ ਦੇ ਕਾਨੂੰਨ ਲਿਖੇ ਜਾਂਦੇ ਨੇ, ਜਿੱਥੇ ਸਭ ਕੁਝ ਸਾਡੇ ਕਾਨੂੰਨ ਨਿਯੁਕਤ ਕਰਕੇ ਸਾਡੇ ਤੇ ਥੋਪੇ ਜਾਂਦੇ ਨੇ ਜਾਂ ਦੇਸ਼ ਦਾ ਸਿਸਟਮ ਚਲਾਇਆ ਜਾਂਦਾ, ਉੱਥੇ ਅੱਜ ਤੱਕ ਹੋਰ ਕਿਸੇ ਐਮਪੀ ਦੇ ਬਥੇਰੇ, ਮਾਨ ਦਲ ਦੇ ਵੀ ਜਿੱਤ ਕੇ ਗਏ ਨੇ, ਸਿਮਰਜੀਤ ਸਿੰਘ ਮਾਨ ਵੀ ਜਿੱਤ ਕੇ ਗਏ ਨੇ, ਪਰ ਇੱਕੋ ਇੱਕ ਸਾਡੇ ਰਹਿਬਰ ਸਾਹਿਬ ਸ਼੍ਰੀ ਕਾਂਛੀ ਰਾਮ, ਜਿਨ੍ਹਾਂ ਨੇ ਕਿਹਾ ਮੇਰੀ ਪਾਰਟੀ ਦਾ ਚੋਣ ਮੈਨੀਫੈਸਟੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਆ, ਮੈਂ ਇਹਨਾਂ ਦੀ ਸੋਚ ਪੂਰੇ ਭਾਰਤ ਭਰ ਤੇ ਲਾਗੂ ਕਰਨਾ ਚਾਹਣਾ। ਬਸ ਕੁਛ ਸ਼ਰਾਰਤੀ ਅਨਸਰਾਂ ਨੇ, ਆ ਜਿਹੜੇ ਤੁਸੀਂ ਸ਼ਰਾਰਤੀ ਅਨਸਰਾਂ ਦੀ ਆਪਾਂ ਗੱਲ ਕਰੀਏ, ਉਹ ਸ਼ਰਾਰਤੀ ਅਨਸਰਾਂ ਨੇ ਸਾਡੀ ਗੁਰੂ ਦੀ ਸੋਚ ਨੂੰ ਵੀ ਰਾਜਪੁਰੇ ਤੱਕ ਸੀਮਤ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ। ਤੇ ਅਸੀਂ ਇਹਨਾਂ ਦੀ ਸੋਚ ਨੂੰ ਪੂਰੇ ਭਾਰਤ ਭਰ ਦੇ ਵਿੱਚ ਲਿਜਾ ਕੇ ਗੁਰੂ ਦੀ ਓਟ ਲੈ ਕੇ ਹੀ ਸਰਬ ਸਮਾਜ ਦਾ ਭਲਾ ਕਰਨਾ। ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕੀਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਘਿਰਿਆ। ਜਦੋਂ ਇਸ ਮੁੱਦੇ ਨੂੰ ਲੈ ਕੇ ਬੇਅਦਬੀ ਦਾ ਇਨਸਾਫ ਨਹੀਂ ਮਿਲਿਆ, ਚਾਹੇ ਤਾਂ ਹੋਵੇ ਅਕਾਲੀ ਦਲ, ਚਾਹੇ ਹੋਵੇ ਕਾਂਗਰਸ, ਹੁਣ ਆਮ ਆਦਮੀ ਪਾਰਟੀ ਵੀ ਕੋਈ ਬਹੁਤਾ ਜਿਹੜੀਆਂ ਗੱਲਾਂ ਕਰਦੇ ਸੀ, ਕੇਜਰੀਵਾਲ ਜਿਹੜੀਆਂ ਗੱਲਾਂ ਭਗਵੰਤ ਮਾਨ ਕਰਦੇ ਸੀ, ਅਸੀਂ ਤਾਂ ਇਨਸਾਫ ਦੇਵਾਂਗੇ ਇਨਸਾਫ, ਪਰ ਤੁਹਾਡੀ ਪਾਰਟੀ ਨੇ ਜਦੋਂ ਸ਼੍ਰੋਮਣੀ ਅਕਾਲੀ ਦਲ ਨਿਘਾਰ ਵੱਲ ਜਾ ਰਿਹਾ ਸੀ, ਜਦੋਂ ਉਸ ਮੁੱਦੇ ਤੇ ਪੂਰੀ ਤਰ੍ਹਾਂ ਪਾਰਟੀ ਘਿਰੀ ਹੋਈ ਸੀ, ਤੇ ਤੁਹਾਡੀ ਪਾਰਟੀ ਸਿੱਧਾ ਗੱਠਜੋੜ ਕਰਦੀ ਹੈ। ਦੇਖੋ, ਅੱਜ ਤੱਕ ਹਾਈ ਕੋਰਟ ਦੇ ਵਿੱਚੋਂ ਵੀ, ਮੈਂ ਬਾਦਲ ਕਾ ਸਾਬਕਾ ਕੋਈ ਵਕੀਲ ਤਾਂ ਹੈ ਨਹੀਂ, ਉਹਨਾਂ ਨੂੰ ਉੱਥੋਂ ਕਲੀਨ ਚਿੱਟ ਮਿਲੀ ਆ, ਤੁਹਾਨੂੰ ਵੀ ਪਤਾ ਜੀ। ਹੁਣ ਦੂਜੀ ਵਾਰ ਫੇਰ ਗੱਲ ਚੱਲੀ ਆ, ਅਸੀਂ ਜਿਹੜੇ ਕਰਨਗੇ ਸੋਈ ਉਹ ਭਰਨਗੇ, ਤੂੰ ਕਿਉਂ ਬੈਠਾ ਦਾਸ ਜੀ, ਹੈ ਨਾ। ਜਿਵੇਂ ਕਿਸੇ ਨੇ ਕਿਹਾ ਸੀ, ਕਬੀਰਾ ਤੇਰੀ ਝੋਪੜੀ ਗਲਕਟੀਆਂ ਕੇ ਪਾਸ, ਜਿਹੜੇ ਕਰਨਗੇ ਸੋਈ ਉਹ ਭਰਨਗੇ, ਤੂੰ ਕਿਉਂ ਬੈਠਾ ਦਾਸ ਜੀ। ਜਿਹੜੇ ਬੰਦੇ ਕਾਨੂੰਨ ਦੀ ਨਜ਼ਰ ਚੋਂ ਬਚ ਸਕਦੇ ਨੇ ਪਰ ਕੁਦਰਤ ਦੀ ਨਜ਼ਰ ਦੇ ਵਿੱਚੋਂ ਨਹੀਂ ਬਚ ਸਕਦੇ, ਜਿਨ੍ਹਾਂ ਨੇ ਬੇਅਦਬੀ ਕੀਤੀ ਆ, ਉਹਨਾਂ ਨੂੰ ਗੁਰੂ ਨੇ ਖੁਦ ਕੁਦਰਤ ਤੌਰ ਤੇ ਸਜ਼ਾ ਉਹਨਾਂ ਨੂੰ ਹਰ ਹਾਲਤ ਤੇ ਮਿਲਣੀ ਆ, ਉਹ ਸਜ਼ਾ ਤੋਂ ਬਚ ਨਹੀਂ ਸਕਦੇ। ਤੇ ਉਹਨਾਂ ਨੂੰ ਅਸੀਂ ਵੀ ਇਹ ਕਾਮਨਾ ਕਰਦੇ ਹਾਂ ਵੀ ਉਹ ਦੋਸ਼ੀ ਨੇ ਜਿਹੜੇ, ਉਹ ਬਚਣੇ ਨਹੀਂ ਚਾਹੀਦੇ। ਪਿੰਡਾਂ ਦੇ ਵਿੱਚ ਜਦੋਂ ਬਾਈਕਾਟ ਹੁੰਦੇ ਨੇ ਮਜ਼ਦੂਰਾਂ ਦੇ, ਦਲਿਤ ਲੋਕਾਂ ਦੇ, ਤੁਹਾਨੂੰ ਕੀ ਲੱਗਦਾ ਵੀ ਇਹ ਪਿੰਡ ਪੱਧਰ ਦੇ ਕੁਝ ਸ਼ਰਾਰਤੀ ਅਨਸਰ ਕਰਦੇ ਨੇ, ਜਾਂ ਕੋਈ ਉਹਨਾਂ ਪਿੱਛੇ ਕੋਈ ਜਿਹੀ ਸ਼ਕਤੀ ਕੰਮ ਕਰ ਰਹੀ ਹੈ, ਕਰਵਾਏ ਜਾਂਦੇ ਨੇ ਤਾਂ ਕਿ ਜਿਹੜੇ ਇਹ ਲੋਕ ਨੇ ਆਪਸ ਵਿੱਚ ਪਾਟੇ ਰਹਿਣ? ਦੇਖੋ, ਕਈ ਜਥੇਬੰਦੀਆਂ ਦਾ ਤਾਂ ਕੰਮ ਹੁੰਦਾ ਵੀ ਪਾੜਾ ਪਾਓ, ਪਰਚੀਆਂ ਕੱਟੋ ਤੇ ਸਿਸਟਮ ਚਲਾਓ ਜੀ। ਸਾਡਾ ਉਹ ਕੰਮ ਨਹੀਂ ਹੈਗਾ। ਸਾਡਾ ਕੰਮ ਤਾਂ ਇਹ ਆ ਵੀ ਹਰੇਕ ਬਰਾਦਰੀ ਦੇ ਵਿੱਚ ਗਲਤ ਅਨਸਰ ਹੁੰਦੇ ਨੇ ਜੀ। ਮੇਰੇ ਕੈਟਾਗਰੀ 'ਚ ਵੀ ਹੈਗੇ ਨੇ ਜੀ, ਤੁਹਾਡੀ 'ਚ ਵੀ ਹੋਣਗੇ, ਤਾਂ ਫਿਰ ਕਿਸਾਨ, ਜਿਹੜੇ ਕਿਸਾਨ ਭਰਾ ਨੇ, ਉਹਨਾਂ ਦੀ ਕੈਟਾਗਰੀ 'ਚ ਵੀ ਗਲਤ ਅਨਸਰ ਹੋਣਗੇ। ਇਹਦੇ ਨਾਲ ਸਾਰੇ ਕਿਸਾਨ ਤਾਂ ਨਹੀਂ ਮਾੜੇ ਹੋ ਗਏ ਜੀ। ਕਿਸਾਨਾਂ ਨਾਲ ਸਾਡਾ 9 ਮਾਸ ਦਾ ਰਿਸ਼ਤਾ ਹੈਗਾ ਜੀ। A to Z ਪਿੰਡਾਂ ਦੇ ਵਿੱਚ ਸਾਂਝ ਆ, ਦੁੱਖ ਸੁੱਖ ਦੇ ਵਿੱਚ ਸਾਡੇ ਨਾਲ ਖੜਦੇ ਨੇ। ਅਸੀਂ ਸਾਰੇ ਕਿਸਾਨਾਂ ਨੂੰ ਕਿਵੇਂ ਮਾੜਾ ਕਹਿ ਸਕਦੇ ਹਾਂ? ਇੱਕ ਸ਼ਡਿਊਲ ਕਾਸਟ ਜੇ ਕੋਈ ਐਸੀ ਗਲਤ ਕਰਦਾ ਤਾਂ ਫਿਰ ਉਹਦੇ ਨਾਲ ਸਾਰੇ ਐਸੀ ਗਲਤ ਕਿਵੇਂ ਹੋ ਗਏ ਜੀ? ਗਲਤ ਅਨਸਰ ਹਰੇਕ ਭਾਈਚਾਰੇ ਦੇ ਵਿੱਚ ਹੁੰਦੇ ਨੇ। ਆ ਜਿਹੜਾ ਤੁਸੀਂ ਬਾਈਕਾਟਾਂ ਵਾਲਾ ਫਰਾਡ ਕਹਿੰਦੇ ਹੋ, ਇਹ ਇਸ ਤਰ੍ਹਾਂ ਦਾ ਜਿਹੜਾ ਵੀ ਕਰਦਾ, ਉਹ ਸਿਰਫ ਗਲਤ ਅਨਸਰਾਂ ਦੀ ਉਪਜ ਹੁੰਦੀ ਹੈ। ਜਿਹੜੇ ਚੰਗੇ ਸੋਚ ਵਾਲੇ ਇਨਸਾਨ ਨੇ, ਗੁਰੂ ਨੂੰ ਮੰਨਣ ਵਾਲੇ ਨੇ, ਕਿਉਂਕਿ ਗੁਰੂ ਨੇ ਸਾਨੂੰ ਅੰਮ੍ਰਿਤ ਛਕਾਇਆ। ਅੰਮ੍ਰਿਤ ਛਕਾਉਣ ਦਾ ਮਕਸਦ ਗੁਰੂ ਸਾਹਿਬਾਨਾਂ ਦਾ ਇਹ ਸੀ ਵੀ ਤੂੰ ਅੱਜ ਤੋਂ ਮਜ਼੍ਹਬੀ ਸਿੱਖ ਜਾਂ ਰਮਦਾਸੀਆ ਸਿੱਖ ਜਾਂ ਜੱਟ ਸਿੱਖ ਕੁਛ ਨਹੀਂ, ਤੂੰ ਸਿਰਫ ਗੁਰੂ ਦਾ ਸਿੱਖ ਹਾਂ। ਤੂੰ ਗੁਰੂ ਦਾ ਸਿੱਖ ਬਣ ਕੇ ਆਪਦੀ ਜਾਤੀ, ਪਰ ਅਫਸੋਸ ਅੱਜ ਵੀ ਅਸੀਂ ਗੁਰੂਆਂ ਦੀ ਸੋਚ ਤੇ ਨਹੀਂ ਚੱਲੇ। ਗੁਰੂਆਂ ਨੇ ਵੰਸ਼ ਬਾਰੇ ਅੱਜ ਵੀ ਅਸੀਂ ਜਾਤੀ ਪਾੜੇ ਦੇ ਵਿੱਚ ਉਸੇ ਤਰ੍ਹਾਂ ਖੜੇ ਆ। ਇਹ ਬੜੀ ਦੁੱਖ ਦੀ ਗੱਲ ਆ। ਸਾਨੂੰ ਗੁਰੂ ਦੀ ਸੋਚ ਅਪਣਾਉਣੀ ਚਾਹੀਦੀ ਆ। ਇਹ ਜਿਹੜੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਹਰੇਕ ਭਾਈਚਾਰਿਆਂ 'ਚ ਗਲਤ ਅਨਸਰ ਹੁੰਦੇ ਨੇ, ਉਹ ਗਲਤ ਅਨਸਰਾਂ ਦਾ ਇਹ ਕੰਮ ਹੁੰਦਾ ਕਿ ਅਸੀਂ ਮੁੱਦਾ ਭੜਕਾਈਏ, ਚਾਹੇ ਉਹ ਬਰਾਦਰੀ ਰੰਗਤ ਦਈਏ, ਚਾਹੇ ਭਾਈਚਾਰਕ ਸਾਂਝ ਦਈਏ, ਉਹ ਇਸ ਤਰ੍ਹਾਂ ਦਾ ਕਾਰਾ ਹਮੇਸ਼ਾ ਕਿਤੇ ਨਾ ਕਿਤੇ ਕਰਦੇ ਰਹਿੰਦੇ ਨੇ। ਸੰਗਰੂਰ ਦੇ ਵਿੱਚੋਂ ਸੂਬੇ ਦਾ ਮੁੱਖ ਮੰਤਰੀ ਸਾਹਿਬ ਪਾਰਲੀਮੈਂਟ ਮੈਂਬਰ ਬਣਦੇ ਰਹੇ ਨੇ। ਸਭ ਤੋਂ ਵੱਧ ਸ਼ਡਿਊਲ ਕਾਸਟ ਭਾਈਚਾਰੇ ਤੇ ਜ਼ੁਲਮ ਹੁੰਦਾ ਸੀ।
ਉਹ ਬਾਲਦ ਕਲਾਂ ਦੀ ਗੱਲ ਕਰ ਲਾਂ, ਸਭ ਤੋਂ ਜ਼ਿਆਦਾ ਸਾਡੇ ਨਾਲ ਸ਼ੋਸ਼ਣ ਹੁੰਦਾ ਸੀ। ਜੀ ਕਦੇ ਵੀ ਇੱਕ ਵੀ ਸ਼ਬਦ ਨਹੀਂ ਬੋਲਿਆ ਸੀ। ਇਹਨਾਂ ਦੀ ਤਾਂ ਸੋਚ ਹੀ ਪਹਿਲਾਂ ਇਸ ਤਰ੍ਹਾਂ ਦੀ ਹੈ, ਕੋਈ ਅੱਜ ਦੀ ਥੋੜੀ ਸੋਚ ਆ। ਜੀ ਇਹ ਤਾਂ ਸਾਨੂੰ ਪਹਿਲਾਂ ਵੀ ਦਿਸਦਾ ਸੀਗਾ। ਪਰ ਜਿਹੜੀਆਂ ਤੁਸੀਂ ਜਿਵੇਂ ਜਥੇਬੰਦੀਆਂ ਦੀ ਗੱਲ ਕਰ ਰਹੇ ਹੋ, ਮੈਂ ਉਹਨਾਂ ਨੂੰ ਇੱਕ ਦੱਸਣਾ ਚਾਹਣਾ ਕਿ ਜਿੰਨਾ ਤੱਕ ਰਾਜ ਸੱਤਾ ਪ੍ਰਾਪਤ ਨਹੀਂ ਕਰਦੇ, ਜਿੰਨਾ ਤੱਕ ਰਾਜ ਸੱਤਾ, ਬਾਬਾ ਸਾਹਿਬ ਨੇ ਕਿਹਾ ਸੀ ਰਾਜ ਸੱਤਾ ਵਾਲੀ ਚਾਬੀ ਹਾਸਲ ਨਹੀਂ ਕਰਦੇ, ਕਿੰਨੀਆਂ ਮਰਜ਼ੀ ਜਥੇਬੰਦੀਆਂ ਬਣਾਈ ਜਾਓ। ਇਹ ਆਰਐਸਐਸ ਦੀ ਇੱਕ ਪਲਾਨ ਆ ਵੀ ਮਜ਼ਦੂਰਾਂ ਨੂੰ ਵੱਧ ਤੋਂ ਵੱਧ ਜਥੇਬੰਦੀਆਂ, ਕਲੱਬਾਂ ਦੇ ਵਿੱਚ ਕਿਵੇਂ ਵੰਡਿਆ ਜਾ ਸਕਦਾ। ਤੇ ਫਿਰ ਸਾਡੀਆਂ ਉਹੀ ਜਥੇਬੰਦੀਆਂ, ਕੁਛ ਸਾਰੀਆਂ ਨਹੀਂ, ਕੁਛ ਜਥੇਬੰਦੀਆਂ ਵੋਟਾਂ ਵਾਲੇ ਦਿਨ ਉਹੀ ਜਿਨ੍ਹਾਂ ਦੀਆਂ ਉਹ ਪਾਰਟੀਆਂ ਜਿਨ੍ਹਾਂ ਵਿਰੁੱਧ ਅੰਦੋਲਨ ਛੇੜਦੇ ਨੇ ਉਹਨਾਂ ਨੂੰ ਹੀ ਵੋਟ ਪਾਉਣ ਦਾ ਕੰਮ ਕਰਦੇ ਨੇ। ਜੀ ਤਾਂ ਜਦੋਂ ਫਿਰ ਅਸੀਂ ਆਪ ਦੀ ਬਾਬਾ ਸਾਹਿਬ ਦੇ ਕਹੇ ਬੋਲ ਨਹੀਂ ਮੰਨ ਰਹੇ ਵੀ ਜਿੰਨਾ ਤੱਕ ਰਾਜ ਸੱਤਾ ਦੀ ਚਾਬੀ ਹਾਸਲ ਨਹੀਂ ਕਰਦੇ, ਸਾਡਾ ਕੋਈ ਵੀ ਭਲਾ ਨਹੀਂ ਹੋ ਸਕਦਾ। ਰਾਜ ਸੱਤਾ ਦੀ ਚਾਬੀ ਇੱਕ ਇਹੋ ਜਿਹੀ ਆ, ਜਿਹੜੇ ਵੀ ਤਾਲੇ 'ਚ ਪਾ ਦੋਗੇ, ਚਾਹੇ ਉਹ ਹੈਲਥ ਵਿਭਾਗ ਦੀ ਗੱਲ ਕਰ ਲਾਂ, ਚਾਹੇ ਕਿਸੇ ਵਿਭਾਗ ਦੀ ਗੱਲ ਕਰ ਲਾਂ, ਜਿਹੜੀ ਰਾਜ ਸੱਤਾ ਵਾਲੀ ਚਾਬੀ ਆ ਉਹ ਤਾਲਾ ਉਹਦੇ ਨਾਲ ਖੁੱਲ੍ਹ ਗੱਲ ਕਰਦੇ ਹੋ। ਤੁਸੀਂ ਯੂਨੀਅਨ ਨੂੰ ਸਲਾਹ ਦੇ ਰਹੇ ਹੋ ਵੀ ਐਂ ਕਰਕੇ ਵੀ ਰਾਜ ਸੱਤਾ ਹਾਸਲ ਕਰੋ। ਦਿੱਲੀ ਦੀਆਂ ਬਰੂਹਾਂ ਤੋਂ ਕਿਸਾਨ ਮਜ਼ਦੂਰ ਏਕਤਾ ਨਾਰਾ ਬੁਲੰਦ ਹੁੰਦਾ ਹੈ, ਉਦੋਂ ਲੋਕਾਂ ਨੂੰ ਇਹ ਲੱਗਦਾ ਸੀ ਕਿ ਇਸ ਵਾਰ ਪੰਜਾਬ ਦੀ 2022 ਦੀ ਸੱਤਾ ਕਿਸਾਨ ਮਜ਼ਦੂਰ ਔਰਤਾਂ ਜਿਹੜੇ ਸਾਡੇ ਪੰਜਾਬ ਦੇ ਲੋਕ ਨੇ ਉਹ ਸਿੱਧੇ ਤੈਅ ਕਰਨਗੇ। ਪਰ ਲੋਕਾਂ ਨੇ ਉਹਨਾਂ ਹੀ ਕਿਸਾਨ ਆਗੂਆਂ, ਉਹਨਾਂ ਹੀ ਮਜ਼ਦੂਰ ਆਗੂਆਂ ਜਿਹੜੇ ਯੂਨੀਅਨਾਂ ਚਲਾਉਂਦੇ ਨੇ, ਜ਼ਮਾਨਤਾਂ ਜ਼ਬਤ ਕਰਵਾਈਆਂ ਨੇ। ਕਿਉਂ ਕਰਾਈਆਂ ਨੇ? ਉਹਨਾਂ ਨੇ ਇਮਾਨਦਾਰੀ ਨਾਲ ਨਹੀਂ ਸੰਘਰਸ਼ ਲੜਿਆ। ਉਹਨਾਂ ਨੇ ਸੰਘਰਸ਼ ਇਮਾਨਦਾਰੀ ਨਾਲ ਨਹੀਂ, ਉਹਨਾਂ ਦੇ ਨੁਮਾਇੰਦੇ, ਉਹਨਾਂ ਦੇ ਕਿਸਾਨ ਆਗੂ ਕਹਿ ਰਹੇ ਨੇ ਬਾਈ ਜੀ ਕਿ ਉਹ ਮੀਟਿੰਗਾਂ ਰਾਤ ਨੂੰ ਕਿਤੇ ਹੋਰ ਕਰਦੇ ਸੀ। ਤੁਹਾਨੂੰ ਵੀ ਪਤਾ, ਤੁਹਾਡੇ ਚੈਨਲ ਦਾ ਵੱਡਾ ਨਾਮ ਆ। ਰਾਤ ਨੂੰ ਉਹਨਾਂ ਦੇ ਆਗੂਆਂ ਦੀਆਂ ਮੀਟਿੰਗਾਂ ਉਹਨਾਂ ਮੰਤਰੀਆਂ ਨਾਲ ਹੀ ਹੁੰਦੀਆਂ ਸੀ। ਇਸ ਕਰਕੇ ਇਹ ਸਭ ਜ਼ਿਆਦਾ ਉਹਨਾਂ ਦਾ ਜਿਹੜਾ ਅੰਦੋਲਨ ਸੀ, ਉਹ ਇੱਕ ਮੈਂ ਇਹ ਗੱਲ ਕਹਿ ਸਕਦਾ ਵੀ ਜਿਹੜੇ ਕੁਝ ਗਲਤ ਅਨਸਰ ਉਹਨਾਂ ਦੇ ਅੱਗੇ ਸੀ, ਉਹਨਾਂ ਨੇ ਮੌਕਾ ਪ੍ਰਸਤ ਬਣਾਤਾ। ਅਸੀਂ ਇਸ ਗੱਲ ਨੂੰ ਕਹਿ ਸਕਦੇ ਹਾਂ ਕਿ ਨਾਅਰਾ ਦਿੱਤਾ ਸੀ ਕਿ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਤੇ ਫਿਰ ਕਿਸਾਨਾਂ ਨੇ ਮਜ਼ਦੂਰਾਂ ਲਈ ਉਸ ਅੰਦੋਲਨ 'ਚੋਂ ਕੀ ਕੀਤਾ? 100 ਮਜ਼ਦੂਰ ਨੇ ਸੰਘਰਸ਼ ਦਿੱਤਾ, ਜਾਨ ਦਿੱਤੀ ਆ, ਸ਼ਹੀਦੀ ਪ੍ਰਾਪਤ ਕੀਤੀ ਹੈ। ਜੇ 700 ਬੰਦਾ ਸ਼ਹੀਦ ਹੋਇਆ, ਲਗਭਗ 100 ਸ਼ਡਿਊਲ ਕਾਸਟ ਭਾਈਚਾਰੇ ਨੇ ਉੱਥੇ, ਜਿਨ੍ਹਾਂ ਨੂੰ ਕੁਛ ਨੂੰ ਤਾਂ ਮੈਂ ਵੀ ਜਾਣਦਾ, ਉੱਥੇ ਸ਼ਹੀਦੀਆਂ ਦਿੱਤੀਆਂ ਨੇ। ਤਾਂ ਫਿਰ ਉਹਨਾਂ ਨਾਲ ਕੀ ਕੀਤਾ ਗਿਆ? ਉਹਨਾਂ ਦੇ ਹੱਕਾਂ ਲਈ ਕਿਹੜੀ ਕਿਸਾਨ ਯੂਨੀਅਨ ਦੇ ਆਗੂ ਸਾਹਿਬਾਨਾਂ ਨੇ ਲੜਾਈ ਲੜੀ ਹੈ? ਜੇ ਮੈਂ ਗੱਲ ਕਰ ਲਾਂ, ਪਿਛਲੀ ਨਰਮੇ ਦੀ ਫਸਲ ਮਰੀ, ਨਰਮੇ ਦਾ ਮੁਆਵਜ਼ਾ ਕਿਸਾਨ ਭਰਾਵਾਂ ਨੂੰ 17 ਹਜ਼ਾਰ ਰੁਪਇਆ ਮਿਲ ਗਿਆ। ਮਿਲਣਾ ਚਾਹੀਦਾ ਸੀ, ਬੜੇ ਖਰਚੇ ਆਉਂਦੇ ਨੇ। ਪਰ ਜਿਹੜਾ ਘਰ ਮੰਗਰ 1700 ਰੁਪਇਆ ਸ਼ਡਿਊਲ ਕਾਸਟ ਵਾਸਤੇ ਆਇਆ ਸੀ, ਉਹ ਅੱਜ ਤੱਕ ਨਹੀਂ ਵੰਡਿਆ ਗਿਆ। ਤੇ ਫਿਰ ਕਿਸਾਨ ਯੂਨੀਅਨਾਂ ਬੋਲਦੀਆਂ ਕਿਉਂ ਨਹੀਂ ਕਿ ਵੀ ਜੇ ਭਾਈ ਸਾਨੂੰ ਮਿਲਿਆ ਤਾਂ ਕਿਰਤੀਆਂ ਨੂੰ ਵੀ ਦਿਓ। ਜੇ ਸਾਨੂੰ 17,000 ਮਿਲਿਆ, ਇਹਨਾਂ ਦਾ 1700 ਰੁਪਇਆ ਡੀਸੀ ਸਾਹਿਬ ਨੇ ਕਿਉਂ ਰੋਕਿਆ ਹੋਇਆ? ਕਿਉਂ ਆਈ ਵਾਰ ਕਹੀ ਜਾਂਦੇ ਨੇ ਵੀ ਲਿਸਟਾਂ ਬਣੀਆਂ ਜਾਂਦੀਆਂ, ਲਿਸਟਾਂ ਨੂੰ ਤੁਸੀਂ ਸਾਨੂੰ ਚੰਦ ਤਾਰਿਆਂ ਤੇ ਪਲਾਟ ਦੇਣੇ ਨੇ? ਜਦੋਂ ਅਸੀਂ ਧਰਨਾ ਲਾਉਣੇ ਆ, ਜਦੋਂ ਅਸੀਂ ਡੀਸੀ ਨੂੰ ਘੇਰਦੇ ਆ, ਇੱਕੋ ਹੀ ਗੱਲ ਸਾਡੇ ਸਾਹਮਣੇ ਆ ਜਾਂਦੀ ਆ ਕਿ ਲਿਸਟਾਂ ਬਣੀ ਜਾਂਦੀਆਂ ਜੀ, ਬਸ ਲਿਸਟਾਂ ਬਣੀ ਜਾਂਦੀਆਂ। ਫਿਰ ਕਿਸਾਨਾਂ ਨੇ ਉਦੋਂ ਅੰਦੋਲਨ ਦੇ ਵਿੱਚ ਇਹ ਗੱਲ ਰੱਖਣੀ ਸੀ ਵੀ ਸਾਡਾ ਮੁਆਵਜ਼ੇ ਦੇ ਨਾਲ ਨਾਲ ਜਿਹੜੇ ਲੋਕਾਂ ਨੇ ਨਰਮਾ ਚੁੱਕ ਕੇ ਆਪਦੇ ਜੀਵਨ ਬਤੀਤ ਕਰਦੇ ਨੇ, 10 ਨੋਹਾਂ ਦੀ ਕਿਰਤ ਕਮਾਈ, ਅਸੀਂ ਕਿਹੜਾ ਮੁਆਵਜ਼ੇ ਮੰਗਦੇ ਆ? ਅਸੀਂ ਕੋਈ ਉਹ ਨਹੀਂ ਮੰਗਦੇ। ਜੇ ਕਿਸਾਨ ਭਰਾਵਾਂ ਨੂੰ ਮਿਲਿਆ ਤਾਂ 1700 ਰੁਪਏ ਆਇਆ, ਤਾਂ ਫਿਰ ਉਹ 1700 ਰੁਪਏ ਪਿੱਛੇ ਹੀ ਮਜ਼ਦੂਰਾਂ ਦੀਆਂ ਕਿਉਂ ਲੇੜਲੀਆਂ ਕਢਾਈ ਜਾਂਦੇ ਨੇ? ਕਿਉਂ ਨਹੀਂ ਮਿਲਦਾ? ਇਹ ਪਾੜਾ ਨਹੀਂ। ਸਿੱਧਾ ਮਤਲਬ ਇਹ ਹੈ ਵੀ ਕਿਸਾਨ ਮਜ਼ਦੂਰ ਏਕਤਾ ਜਿਹੜੇ ਆਗੂ ਨੇ ਉਹੀ ਨਹੀਂ ਹੋਣ ਦਿੰਦੇ ਹੈਗੇ। ਬਿਲਕੁਲ ਨਹੀਂ ਹੋਣ ਦਿੰਦੇ। ਜੇ ਮਜ਼ਦੂਰ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਣ, ਕਿਉਂ ਨਹੀਂ ਰਾਜ ਸੱਤਾ ਸਾਡੀ ਆ ਸਕਦੀ? 85% ਵੋਟ ਹੈ ਐਸਸੀ ਬੀਸੀ ਸਮਾਜ ਦੀ, 52% ਬੀਸੀ ਭਾਈਚਾਰੇ ਦੀਆਂ, 39 ਕਾਸਟਾਂ ਐਸਸੀ ਭਾਈਚਾਰੇ ਦੀਆਂ। ਸਾਡਾ ਜੇ ਸਭ ਤੋਂ ਜ਼ਿਆਦਾ ਨੁਕਸਾਨ ਕੀਤਾ, ਜਿਹੜੇ ਆ ਸਾਡੇ ਬਾਬਾ ਸਾਹਿਬ ਦੇ ਨਾਮ ਤੇ, ਭਗਵਾਨ ਵਾਲਮੀਕ ਦੇ ਨਾਮ ਤੇ ਜਾਂ ਕੋਈ ਹੋਰ ਰਹਿਬਰਾਂ ਦੇ ਨਾਂ ਤੇ ਕਲੱਬ ਬਣਾਏ ਜਾਂਦੇ ਨੇ, ਤੇ ਵੋਟਾਂ ਵੇਲੇ ਉਹ ਗੁਰੂਆਂ ਦੀ ਵਿਚਾਰਧਾਰਾ ਦੇ ਉਲਟ ਵੋਟ ਦਿੰਦੇ ਨੇ ਜੀ, ਉਹਨਾਂ ਦੇ ਝੰਡੇ ਚੱਕਦੇ ਨੇ। ਕਿਉਂ? ਸਾਹਿਬ ਸ਼੍ਰੀ ਕਾਂਚੀ ਰਾਮ ਨੇ ਪਾਰਟੀ ਬਣਾ ਕੇ ਦਿੱਤੀ ਆ, ਤੇ ਜਿਹੜੇ ਲੋਕ ਭੈਣ ਕੁਮਾਰੀ ਮਾਇਆਵਤੀ ਦੇ ਵਿੱਚ ਨੁਕਸ ਕੱਢਦੇ ਨੇ, ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਬਈ ਆਪਣੀਆਂ ਭੈਣਾਂ, ਮੇਰੀ ਖੁਦ ਦੀ ਭੈਣ ਸਮਾਜ ਲਈ ਕੀ ਕਰ ਰਹੀ ਹੈ, ਤੇ ਤੁਹਾਡੀਆਂ ਖੁਦ ਦੀਆਂ ਭੈਣਾਂ ਸਮਾਜ ਲਈ ਕੀ ਕਰ ਰਹੀਆਂ? ਆਪਦੀ ਗ੍ਰਸਤੀ ਦੇ ਵਿੱਚ ਬੀਜੀ ਨੇ ਬਾਈ ਜੀ। ਭੈਣ ਕੁਮਾਰੀ ਮਾਇਆਵਤੀ ਨੇ 18 ਸਾਲ ਦੀ ਉਮਰ ਦੇ ਵਿੱਚ ਘਰ ਛੱਡਤਾ ਸੀ। ਕਦੇ ਕੋਈ ਉੱਤਰ ਪ੍ਰਦੇਸ਼ ਬਹੁਤ ਵੱਡਾ, ਕਦੇ ਪੰਜਾਬ, ਕਦੇ ਮਹਾਰਾਸ਼ਟਰ, ਇੱਕ ਕੁਮਾਰੀ ਕੁੜੀ 18 ਸਾਲ ਛੱਡ ਕੇ ਦੇਖੇ ਕੋਈ ਕੁੜੀ ਪੰਜਾਬ ਦੇ ਵਿੱਚ? ਹੁਣ ਅਸੀਂ ਮਾਇਆਵਤੀ ਭੈਣ ਜੀ ਤੋਂ ਸਾਰੀਆਂ ਆਸਾਂ ਕਰੀ ਜਾਵਾਂਗੇ? ਭੈਣ ਕੁਮਾਰੀ ਮਾਇਆਵਤੀ ਐਂ ਨਹੀਂ ਕਰਦੀ, ਉਹਨਾਂ ਦੀ ਏਜ ਵੀ 65+ ਹੋ ਗਈ ਹੋਣੀ। ਹੁਣ ਸਾਡਾ ਫਰਜ਼ ਬਣਦਾ ਨੌਜਵਾਨਾਂ ਦਾ ਕਿ ਅਸੀਂ ਭੈਣ ਜੀ ਦੇ ਦੱਸੇ ਹੋਏ ਰਾਸਤੇ ਦੇ ਉੱਤੇ ਚੱਲੀਏ। ਭੈਣ ਜੀ ਅੱਜ ਵੀ ਬਹੁਤ ਜ਼ਿਆਦਾ ਐਕਟਿਵ ਨੇ,
ਪਿੰਡ ਦੇ ਵਿੱਚ ਸਾਨੂੰ ਪਤਾ ਸੀ, ਸਾਨੂੰ ਕੇਡਰ ਦਿੰਦੇ ਨੇ, ਬਾਰੀ-ਬਾਰੀ ਸਾਨੂੰ ਸਮਝਾਉਂਦੇ ਨੇ। ਇਸ ਕਰਕੇ ਇਹ ਜਿਹੜੇ ਸ਼ਰਾਰਤੀ ਅਨਸਰ ਨੇ ਉਹ ਆਰਐਸਐਸ ਦੀ ਸ਼ੈ ਆ ਵੀ ਜਿੰਨੇ ਮਜ਼ਦੂਰਾਂ ਦੇ ਸੰਗਠਨ ਬਣਾਏ ਜਾਣ ਜੀ, ਉਨਾ ਹੀ ਉਹਨਾਂ ਨੂੰ ਲਾਭ ਮਿਲਦਾ। ਜਦੋਂ ਵੀ ਅਸੀਂ ਮਜ਼ਦੂਰਾਂ ਦੇ ਧਰਨੇ ਵਿੱਚ ਜਾਂਦੇ ਆ ਕਵਰੇਜ ਕਰਨ ਦੇ ਲਈ, ਤੁਹਾਨੂੰ ਨਹੀਂ ਲੱਗਦਾ ਕਿ ਮੀਡੀਆ ਉਸ ਤਰੀਕੇ ਨਾਲ ਕਵਰੇਜ ਨਹੀਂ ਕਰ ਰਿਹਾ ਜਿਸ ਤਰੀਕੇ ਨਾਲ ਤੁਸੀਂ ਉਮੀਦ ਕਰਦੇ ਹੋ? ਨਹੀਂ, ਸਾਰੇ ਤਾਂ ਨਹੀਂ, ਬਹੁਤ ਸਾਥੀ ਕਵਰ ਕਰਦੇ ਵੀ ਨੇ, ਪਰ ਜਿੰਨਾ ਕਰਨਾ ਚਾਹੀਦਾ ਮਜ਼ਦੂਰਾਂ ਦੇ ਅੰਦੋਲਨ ਨੂੰ ਉਹਨਾਂ ਕਵਰ ਨਹੀਂ ਕੀਤਾ ਜਾ ਰਿਹਾ। ਸਾਡੇ ਕੋਲੇ ਤਾਂ ਇਕੱਲੀ ਬੇਨਤੀ ਹੈ, ਮੈਂ ਮੀਡੀਆ ਮੇਰੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਹੱਕ ਸੱਚ ਨੂੰ ਪਹਿਚਾਣ ਕੇ ਨਿਚੋੜ ਕੱਢ ਕੇ ਲੋਕਾਂ ਮੂਹਰੇ ਧਰਨਾ ਹੁੰਦਾ। ਆ ਕੁਛ ਜਾਤੀ ਦੇ ਮੁੱਦੇ ਤੇ ਬੜਾ ਭੜਕਾਓ, ਲੋੜ ਨਹੀਂ ਇਹਨਾਂ ਇਹ ਮੁੱਦੇ ਨੂੰ ਚੱਕਣ ਦੀ। ਸਾਨੂੰ ਸਿਰਫ ਮਜ਼ਦੂਰਾਂ ਦੀਆਂ ਜਿਹੜੀਆਂ ਅਸਲ ਆ ਰਹੀਆਂ ਪ੍ਰੋਬਲਮਾਂ ਗਰਾਊਂਡ ਲੈਵਲ ਤੇ ਜਾ ਕੇ ਦੇਖੋ। ਅੱਜ ਮਜ਼ਦੂਰ 2 ਟਾਈਮ ਦੀ ਰੋਟੀ ਲਈ ਸੰਘਰਸ਼ ਕਰ ਰਿਹਾ, ਕੋਈ ਸਿਲੰਡਰ ਗਿਰਵੀ ਰੱਖ ਰਿਹਾ, ਕੋਈ ਘਰ ਦਾ ਜੇ ਕੋਈ ਕਿਸੇ ਦੇ ਕਣਕ ਪਈ ਆ ਉਹ ਵੇਚ ਰਿਹਾ। ਮਜ਼ਦੂਰ ਦੀ ਬਹੁਤ ਜ਼ਿਆਦਾ ਦੁਰਦਸ਼ਾ, ਕਿਉਂਕਿ ਦਿਹਾੜੀ ਸਹੀ ਨਹੀਂ ਮਿਲ ਰਹੀ। ਇਹਨੂੰ ਤੁਸੀਂ ਜਨਤਕ ਕਰੋ। ਸਾਡੇ ਜਿਹੜੇ ਬਾਹਰ ਬੈਠੇ ਨੇ ਸਾਥੀ ਜਾਂ ਕਿਤੇ ਕੋਈ ਹੋਰ ਤਕੜੇ, ਉਹਨਾਂ ਨੂੰ ਅਸੀਂ ਦੱਸੀਏ, ਸਰਕਾਰ ਮੂਹਰੇ ਸੱਚ ਲੈ ਕੇ ਆਈਏ। ਮੈਂ ਮੇਰੇ ਮੀਡੀਆ ਸਾਰੇ ਭਰਾਵਾਂ ਨੂੰ ਇਹ ਬੇਨਤੀ ਕਰੂੰਗਾ, ਸਾਡੇ ਕੋਲ ਇਕੱਲੀਆਂ ਬੇਨਤੀਆਂ ਕਿ ਤੁਸੀਂ ਸਾਡੇ ਮਜ਼ਦੂਰਾਂ ਦੇ ਅੰਦੋਲਨ ਨੂੰ, ਜਿਹੜੀ ਵੀ ਪਾਰਟੀ, ਜਿਹੜਾ ਵੀ ਸਿਸਟਮ ਕੋਈ ਮਜ਼ਦੂਰ ਅੰਦੋਲਨ ਦੀ ਗੱਲ ਕਰਦਾ, ਮਜ਼ਦੂਰਾਂ ਨੂੰ ਹੱਕ ਦਿਵਾਉਣ ਦੀ ਗੱਲ ਕਰਦਾ, ਤੁਸੀਂ ਉਹਦੀ ਵੱਧ ਤੋਂ ਵੱਧ ਕਵਰੇਜ ਕਰਕੇ ਉਹਨਾਂ ਦੀ ਗੱਲ ਸਰਕਾਰ ਦੁਆਰੇ ਪਹੁੰਚਾਓ। ਤੁਸੀਂ ਸੁਣਿਆ ਕੁਲਦੀਪ ਸਿੰਘ ਸਰਦੂਗੜ੍ਹ ਜੀ ਨੂੰ। ਬਸਪਾ ਨੇ ਆਪਣੇ ਰਾਹ ਤਿਆਰ ਕੀਤੇ ਹੋਏ ਨੇ, ਆਪਣੇ ਵੱਡੇ ਵਡੇਰਿਆਂ ਦੀ ਅਗਵਾਈ ਦੇ ਵਿੱਚ ਕੁਲਦੀਪ ਸਿੰਘ ਸਰਦੂਗੜ੍ਹ ਮਾਨਸਾ ਤੋਂ ਹੁੰਦੇ ਹੋਏ ਅਲੱਗ-ਅਲੱਗ ਜ਼ਿਲ੍ਹਿਆਂ 'ਚ ਪਹੁੰਚ ਕਰ ਰਹੇ ਨੇ। ਦੇਖਦੇ ਹਾਂ ਕਿ ਆਮ ਆਦਮੀ ਪਾਰਟੀ ਸਰਕਾਰ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਕਦੋਂ ਗੌਰ ਫਰਮਾਉਂਦੀ ਹੈ। ਸੋ ਬਣੇ ਰਹੋ ਸਰਲੇਖ ਦੇ ਨਾਲ, ਸੁੱਖੀ ਮੰਘਾਣੀਆਂ ਦੇ ਨਾਲ। ਦੀਪ ਕੁਲਰੀਆਂ।